ਜਿਹੜੇ ਫਲੋਮ ਮਾਡਲ ਹੈ ਅਮਰੀਕਾ ਦਾ ਫਲੋਮ ਮਾਡਲ ਹੈ, ਸਾਰੇ ਯੂਰਪ ਦਾ ਫਲੋਮ ਮਾਡਲ ਹੈ, ਈਵਨ ਹਿੰਦੁਸਤਾਨ ਦੇ ਬਿਹਾਰ ਦਾ ਫਲੋਮ ਮਾਡਲ ਹੈਗਾ। ਤੀਜੇ ਧੜੇ ਦੇ ਉਹ ਲੀਡਰਾਂ ਨੂੰ ਨਾਲ ਲੈ ਕੇ ਕੋਈ ਬਣਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ? ਬਿਲਕੁਲ ਹੋ ਰਹੀਆਂ ਜੀ। ਅਸੀਂ ਬਹੁਤ ਜਲਦੀ ਤੁਹਾਡੇ ਸਾਹਮਣੇ ਇੱਕ ਤੀਜਾ ਫਰੰਟ ਤਾਂ ਨਹੀਂ ਮੈਂ ਕਹਿੰਦਾ, ਪਰ ਪੰਜਾਬ ਪੱਖੀ ਨਵੀਂ ਖੇਤਰੀ ਪਾਰਟੀ ਜਿਹੜੀ ਅੱਜ ਦੇ ਸਮੇਂ ਦੇ ਪੰਜਾਬ ਦੀਆਂ ਲੋੜਾਂ ਦੀਆਂ, ਲੋਕਾਂ ਦੀਆਂ ਆਕਾਂਖਸ਼ਾਵਾਂ ਹੈਗੀਆਂ, ਕਿਸਾਨੀ ਦੀਆਂ, ਵਿਦਿਆਰਥੀਆਂ ਦੀਆਂ, ਨੌਜਵਾਨਾਂ ਦੀਆਂ, ਔਰਤਾਂ ਦੀਆਂ, ਦਲਿਤਾਂ ਦੀਆਂ, ਉਹਨਾਂ ਦੇ ਪੂਰੀ ਉਤਰਦੀ ਹੋਵੇ। ਜੋ ਪੰਜਾਬ ਦੀਆਂ ਮੰਗਾਂ ਹੈਗੀਆਂ ਉਹਨਾਂ ਦੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰੇ। ਮੈਂ ਖਹਿਰਾ ਸਾਹਿਬ, ਬੈਂਸ ਸਾਹਿਬ ਤੇ ਛੋਟੇਪੁਰ ਸਾਹਿਬ ਅਸੀਂ ਬੜਾ ਇੱਕ ਵਾਰਤਾਲਾਪ 'ਚ ਪਏ ਹੋਏ ਹੈਗੇ ਆ। ਖਹਿਰਾ ਬੈਂਸ ਸਾਹਿਬ ਨਾਲ ਜਲਦੀ ਵਾਰਤਾਲਾਪ ਹੋਊਗਾ ਤੇ ਅਸੀਂ 3-4 ਮੀਟਿੰਗਾਂ ਕਰ ਚੁੱਕੇ ਹਾਂ। ਬਹੁਤ ਜਲਦੀ ਆਪਣੇ ਤਰੀਕੇ ਨਾਲ ਅਸੀਂ ਆਪਣੇ ਏਜੰਡੇ ਰੱਖ ਦਿੱਤੇ ਹੈਗੇ ਆ ਔਰ ਕਿਸੇ ਨੂੰ ਕੋਈ ਲਾਲਸਾ ਨਹੀਂ, ਕੋਈ ਨਾ ਕੋਈ ਸੀਐਮ ਦੀ ਲਾਲਸਾ, ਨਾ ਖਹਿਰਾ ਸਾਹਿਬ ਨੂੰ, ਨਾ ਮੈਨੂੰ, ਨਾ ਛੋਟੇਪੁਰ ਸਾਹਿਬ ਨੂੰ। ਸਾਨੂੰ ਪੰਜਾਬ ਨੂੰ ਬਚਾਉਣ ਦੀ ਇੱਕ ਸਾਡੀ ਲਲਕ ਹੈਗੀ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸੀਆਂ ਨਾਲ ਵੀ ਉਹਨਾਂ ਦੇ ਮਤਭੇਦ ਕਾਫੀ ਵੱਧ ਗਏ ਨੇ। ਹਾਂਜੀ। ਤੇ ਬੀਜੇਪੀ ਨਾਲ ਤਾਂ ਚਲੋ ਉਹਨਾਂ ਦਾ ਹੈਗਾ ਹੀ ਹੈ ਜੋ ਸਿਸਟਮ ਚੱਲਦਾ, ਤੇ ਤੁਸੀਂ ਕਿਵੇਂ ਦੇਖਦੇ ਹੋ ਨਵਜੋਤ ਸਿੰਘ? ਦੇਖੋ, ਨਵਜੋਤ ਸਿੰਘ ਸਿੱਧੂ ਹੋਰਾਂ 'ਚ ਬਹੁਤ ਗੁਣ ਨੇ। ਖਾਸ ਤੌਰ 'ਤੇ ਮੈਂ ਉਹਨਾਂ ਦੀ ਦੋ ਗੱਲਾਂ ਦੀ ਬਹੁਤ ਕਦਰ ਕਰਦਾ। ਇੱਕ ਇਮਾਨਦਾਰੀ ਦੀ, ਜਿਹੜੀ ਕਿ ਬਿਲਕੁਲ ਜੀ ਤੇ ਕੋਈ ਸ਼ੰਕਾ ਨਹੀਂ, ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ। ਦੂਜਾ ਉਹਨਾਂ ਦੀ ਬੇਵਾਕੀ ਦੀ ਐਡਵਾਂਸਡ ਗੱਲਬਾਤ ਆਪਣਾ ਉਹਨਾਂ ਨਾਲ ਜਿਹੜੇ ਹਾਕੀ ਪਲੇਅਰ ਪ੍ਰਗਟ ਸਿੰਘ ਜੀ ਹੈਗੇ ਆ ਉਹਨਾਂ ਨਾਲ ਹੋਈ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦੋਸਤਾਂ ਨੂੰ ਜੀ ਆਇਆਂ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜੇ 3 ਕਾਨੂੰਨ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਪਾਸ ਕੀਤੇ ਸੀ, ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਸੰਘਰਸ਼ ਚੱਲ ਰਿਹਾ ਹੈ ਉਹ ਤਿੱਖਾ ਹੁੰਦਾ ਜਾ ਰਿਹਾ ਹੈ। ਜਥੇਬੰਦੀਆਂ ਦੀ ਜੋ ਮੀਟਿੰਗ ਸੀ, ਜਥੇਬੰਦੀਆਂ ਦਾ ਕਹਿਣਾ ਹੈ ਕਿ ਜੋ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਸੀ, ਇਹ ਮੀਟਿੰਗ ਉੱਥੇ ਬੁਲਾ ਕੇ ਸਾਡੀ ਉੱਥੇ ਬੇਇੱਜ਼ਤੀ ਕੀਤੀ ਗਈ, ਕਿਉਂਕਿ ਮੰਤਰੀਆਂ ਦੇ ਡਾਰਾਂ ਫਿਰਦੀਆਂ ਨੇ ਕਿ ਕੋਈ ਸਾਡੇ ਨਾਲ ਆ ਕੇ ਗੱਲ ਵੀ ਨਹੀਂ ਕਰ ਸਕਦਾ। ਅਸੀਂ ਆਪਣੇ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਜਰੀਏ ਤੁਹਾਨੂੰ ਕਿਸਾਨੀ ਸੰਘਰਸ਼ ਦਿਖਾ ਰਹੇ ਹਾਂ। ਅਲੱਗ-ਅਲੱਗ ਅਸੀਂ ਪੋਲੀਟੀਕਲ ਪਾਰਟੀਆਂ ਦੇ ਉਹ ਬੰਦੇ ਨੇ ਜਿਨ੍ਹਾਂ ਦੀ ਤੁਹਾਡੇ ਨਾਲ ਗੱਲ ਕਰਵਾ ਰਹੇ ਹਾਂ, ਉਹਨਾਂ ਦੇ ਕੀ ਪਰਸਨਲੀ ਵਿਊ ਨੇ, ਕੀ ਸਿਆਸੀ ਤੌਰ 'ਤੇ ਉਹਨਾਂ ਦੇ ਵਿਊ ਨੇ, ਉਹ ਤੁਹਾਡੇ ਨਾਲ ਗੱਲ ਕਰਾ ਰਹੇ ਹਾਂ। ਕਿਸਾਨ ਜਥੇਬੰਦੀਆਂ ਦੇ ਲੀਡਰ ਅਤੇ ਆਮ ਕਿਸਾਨ, ਮੱਧ ਵਰਗ ਇਨਸਾਨ ਜਿਨ੍ਹਾਂ 'ਤੇ ਇਹਨਾਂ ਕਾਨੂੰਨਾਂ ਦਾ ਅਸਰ ਪੈਣਾ, ਉਹਨਾਂ ਦੇ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ। ਅੱਜ ਸਾਡੇ ਨਾਲ ਇਸ ਖਾਸ ਪ੍ਰੋਗਰਾਮ ਦੇ ਵਿੱਚ ਖਾਸ ਸ਼ਖਸੀਅਤ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ ਜੀ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਜੀ। ਡਾਕਟਰ ਸਾਹਿਬ, ਜੋ ਇਹ ਕੇਂਦਰ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਸੀ, ਜੋ ਰਾਸ਼ਟਰਪਤੀ ਦੇ ਸਾਈਨਾਂ ਤੋਂ ਬਾਅਦ ਹੁਣ ਕਾਨੂੰਨ ਬਣ ਗਏ ਨੇ, ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਨਾ ਇੱਕ ਬਹੁਤ ਵੱਡੀ ਸਾਜ਼ਿਸ਼ ਹੈਗੀ ਹੈ ਕਿਸਾਨੀ ਦੇ ਖਿਲਾਫ। ਖਾਸ ਤੌਰ 'ਤੇ ਪੰਜਾਬ ਹਰਿਆਣੇ ਦੀ ਜੋ ਪੱਛਮੀ ਯੂਪੀ ਦੀ ਕਿਸਾਨ ਜਿਹੜੇ ਵਰਗ ਹੈਗਾ ਉਹਦੇ ਨਾਲ ਬਹੁਤ ਵੱਡਾ ਇੱਕ ਧੱਕਾ ਹੈਗਾ, ਇੱਕ ਸਾਜ਼ਿਸ਼ ਹੈਗੀ ਹੈ, ਜਿਹਦੇ ਤਹਿਤ ਪਹਿਲਾਂ ਤਾਂ ਸਾਨੂੰ ਪੰਜਾਬੀਆਂ ਨੂੰ ਦੇਸ਼ ਦਾ ਅੰਨ ਭੰਡਾਰ ਭਰਨ ਵਾਸਤੇ ਇੱਕ ਸਾਡੇ 'ਤੇ ਮਾਡਲ ਥੋਪਿਆ ਗਿਆ, ਜਿਹਨੂੰ ਹਰਾ ਇਨਕਲਾਬ ਕਿਹਾ ਜਾਂਦਾ ਹੈ। ਉਸ ਹਰਾ ਇਨਕਲਾਬ ਦੇ ਰਾਹੀਂ ਸਾਨੂੰ ਬੜਾ ਇਨਸੈਂਟਵਾਈਜ਼ ਕੀਤਾ ਗਿਆ, ਬੜੇ ਲਾਲਚ ਦਿੱਤੇ ਗਏ, ਬੜੀਆਂ ਰਿਆਇਤਾਂ ਦਿੱਤੀਆਂ ਗਈਆਂ ਅਤੇ ਸਾਨੂੰ ਸਾਰਿਆਂ ਨੂੰ ਉਸ ਰਸਤੇ ਪਾ ਕੇ ਸਾਡੀ ਮਿੱਟੀ, ਸਾਡੀ ਹਵਾ, ਸਾਡਾ ਪਾਣੀ ਸਭ ਕੁਛ ਦੂਸ਼ਿਤ ਨਹੀਂ ਕੀਤਾ, ਬਲਕਿ ਤਕਰੀਬਨ ਬਰਬਾਦ ਕਰਨ ਦੇ ਕੰਢੇ ਪਹੁੰਚਾ ਦਿੱਤਾ ਹੈਗਾ ਹੈ, ਪਾਣੀ ਮੁੱਕਣ ਦੇ ਕੰਢੇ ਪਹੁੰਚਾ ਦਿੱਤਾ ਹੈਗਾ ਹੈ। ਇਸ ਝੋਨੇ ਜਿਹੜਾ ਕਣਕ ਦਾ ਫਸਲੀ ਚੱਕਰ ਹੈ ਇਹਨੇ, ਅਤੇ ਫਿਰ ਉਲਟਾ ਮਤਲਬ ਅਸੀਂ ਬਿਮਾਰੀਆਂ ਸਹੇੜ ਲਈਆਂ, ਕੈਂਸਰ ਵਰਗੀਆਂ ਬਿਮਾਰੀਆਂ, SCV ਵਰਗੀਆਂ ਬਿਮਾਰੀਆਂ, ਜਾਂ ਹੋਰ ਬਹੁਤ ਸਾਰੇ ਰੋਗ, ਹੱਡੀਆਂ ਦੇ ਰੋਗ, ਇਹ ਜੋ ਕਿ ਜ਼ਮੀਨ 'ਚ ਲੋੜੋਂ ਵੱਧ ਸਾਨੂੰ ਖਾਦਾਂ ਦੀ ਵਰਤੋਂ ਕਰਨਾ ਸਿਖਾ ਦਿੱਤਾ, ਲੋੜੋਂ ਵੱਧ ਸਾਨੂੰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨਾ ਸਿਖਾ ਦਿੱਤਾ, ਅਤੇ ਲੋੜੋਂ ਵੱਧ ਸਾਨੂੰ ਮਤਲਬ ਜਿਹੜੀ ਆਪਣੀ ਫਸਲ 'ਤੇ, ਆਪਣੀ ਜ਼ਮੀਨ 'ਤੇ ਭਾਰ ਪਾਉਣਾ ਸਿਖਾ ਦਿੱਤਾ, ਜਿਸ ਕਰਕੇ ਸਾਡੀ ਜ਼ਮੀਨ ਵੀ ਤਬਾਹ ਹੋ ਗਈ, ਸਾਡਾ ਪਾਣੀ ਵੀ ਔਰ ਸਾਡੀ ਹਵਾ ਵੀ ਸਭ ਕੁਝ ਦੂਸ਼ਿਤ ਹੋ ਗਈਆਂ। ਸੋ ਜਦੋਂ ਪੰਜਾਬ ਤਬਾਹੀ ਦੇ ਕੰਢੇ ਪਹੁੰਚ ਗਿਆ, ਕਿਸਾਨੀ ਤਕਰੀਬਨ 90,000 ਤੋਂ 1.25 ਲੱਖ ਕਰੋੜ ਦੀ ਕਰਜ਼ਾਈ ਹੋ ਗਈ, ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਗਈ, ਪੰਜਾਬ ਆਪਣੀ ਨਿਰਾਸ਼ਤਾ ਵਿੱਚੋਂ ਨਸ਼ਿਆਂ ਦੇ ਰਾਹ ਪੈ ਗਿਆ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਸੀ ਮਿਲ ਰਿਹਾ, ਅਤੇ ਪੰਜਾਬ ਪ੍ਰਵਾਸ ਦੇ ਰਾਹ ਪੈ ਗਿਆ। ਇੱਕ ਅਜਿਹੇ ਮੌਕੇ ਸੈਂਟਰ ਨੇ ਇੱਕ ਹੋਰ ਵੱਡਾ ਵਾਰ ਕਰਕੇ ਪੰਜਾਬ ਦੀ ਕਿਸਾਨੀ ਨੂੰ ਮੁਕੰਮਲ ਰੂਪ ਵਿੱਚ ਤਬਾਹ ਕਰਨ ਦਾ, ਅਤੇ ਪੰਜਾਬੀ ਜੋ ਇੱਕ ਅਣਖ ਸੀਗੀ ਉਹਨੂੰ ਚੁਣੌਤੀ ਦੇਣ ਵਰਗਾ ਜਿਹੜਾ ਕਦਮ ਸੀਗਾ ਉਹ ਚੁੱਕਿਆ ਹੈਗਾ ਹੈ। ਅਤੇ ਸਪਸ਼ਟ ਹੈ ਕਿ ਇਹ ਕਦਮ ਭਾਰਤੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨਾਲ ਯਾਰਾਨਾ ਪਾਲਣ ਵਾਸਤੇ, ਤਾਂ ਕਿ ਜਿਨ੍ਹਾਂ ਪੈਸਿਆਂ ਨਾਲ ਉਹ ਇਲੈਕਸ਼ਨ ਜਿੱਤਦੇ ਆ, ਜਿਨ੍ਹਾਂ ਦੀ ਮਦਦ ਨਾਲ ਇਲੈਕਸ਼ਨ ਜਿੱਤਦੇ ਆ, ਉਹਨਾਂ ਨੂੰ ਰੋਜ਼ਾਨਾ ਤਾਰਿਆ ਜਾ ਸਕੇ, ਉਹਨਾਂ ਦਾ ਮੁੱਲ ਤਾਰਿਆ ਜਾ ਸਕੇ। ਉਹਨਾਂ ਦੀਆਂ ਦੋ ਗੱਲਾਂ 'ਤੇ ਨਿਗਾਹ ਸੀਗੀ ਹਿੰਦੁਸਤਾਨ 'ਚ। ਇੱਕ ਸੀਗੀ ਭਾਰਤ ਦਾ ਜਿਹੜਾ ਪਬਲਿਕ ਸੈਕਟਰ ਹੈਗਾ, ਜਿਹੜੇ ਪਬਲਿਕ ਅਦਾਰੇ ਹੈਗੇ, ਚਾਹੇ ONGC ਹੈ, ਚਾਹੇ ਭਾਰਤ ਹੈਵੀ ਇਲੈਕਟ੍ਰੀਕਲਸ ਹੈਗੇ ਆ, ਚਾਹੇ ਉਹ ਭਾਰਤ ਐਲੂਮੀਨੀਅਮ ਹੈਗਾ ਹੈ, ਚਾਹੇ ਉਹ ਭਾਰਤ ਦੇ ਹੋਰ ਹਿੰਦੁਸਤਾਨ ਐਰੋਨੌਟਿਕਸ ਵਰਗੇ ਜਿਹੜੇ
ਲੋਕਾਂ ਦੇ ਪੈਸੇ ਨਾਲ ਉਸਾਰੇ ਗਏ ਅਦਾਰੇ ਸੀਗੇ, ਸਰਕਾਰੀ ਜੀ। ਅਦਾਰੇ ਸੀਗੇ, ਉਹਨਾਂ 'ਤੇ ਨਿਗਾਹ ਸੀਗੀ ਜਿਨ੍ਹਾਂ ਨੂੰ ਹੜੱਪਣ ਦਾ ਅਮਲ ਕਾਂਗਰਸ ਵੇਲੇ ਸ਼ੁਰੂ ਹੋ ਚੁੱਕਿਆ ਸੀ। ਸਰਦਾਰ ਮਨਮੋਹਨ ਸਿੰਘ ਦੀਆਂ, ਮੋਂਟੇਕ ਸਿੰਘ ਆਹਲੂਵਾਲੀਆ ਤੇ ਸਰਦਾਰ ਮਿਸਟਰ ਚਿਦੰਬਰਮ ਦੀਆਂ ਜੋ ਉਦਾਰਵਾਦੀ ਨੀਤੀਆਂ ਸੀਗੀਆਂ, ਵਰਲਡ ਬੈਂਕ ਦੀ ਹਦਾਇਤ ਤੇ ਇੰਟਰ ਕੌਮਾਂਤਰੀ ਮੁਦਰਾ ਫੰਡ ਦੀ ਹਦਾਇਤ ਤੇ, ਉਹਨਾਂ ਤਹਿਤ 1991 ਤੋਂ ਸ਼ੁਰੂ ਹੋ ਚੁੱਕਿਆ ਸੀ, ਪਰ ਅਮਲ ਬੜਾ ਧੀਮਾ ਤੇ ਹੌਲੀ ਸੀਗਾ ਤੇ ਹੌਲੀ ਹੌਲੀ ਮਤਲਬ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ ਸੀਗਾ। ਪਰ ਮੋਦੀ ਸਰਕਾਰ ਨੇ ਆਉਣ ਸਾਰ ਪਹਿਲੇ 5 ਸਾਲ ਤਾਂ ਇਹਨਾਂ ਨੇ ਇੱਕ ਆਧਾਰ ਬਣਾਇਆ ਇੱਕ ਹਿੰਦੂਤਵਾ ਵਾਸਤੇ, ਇੱਕ ਜਿਹੜੀਆਂ ਫਰਿੰਜ ਆਰਗੇਨਾਈਜੇਸ਼ਨ ਸੀਗੀਆਂ, ਜਿਵੇਂ ਜਿਹੜੀਆਂ ਪੈਰੀਫਰੀ 'ਤੇ ਸੀਗੀਆਂ, ਚਾਹੇ ਬਜਰੰਗ ਦਲ ਹੋਵੇ, ਚਾਹੇ ਵਿਸ਼ਵ ਹਿੰਦੂ ਪਰਿਸ਼ਦ ਹੋਵੇ, ਚਾਹੇ ਸਨਾਤਨ ਸੰਸਥਾ ਹੋਵੇ, ਚਾਹੇ ਹਿੰਦੂ ਮਹਾਸਭਾ ਹੋਵੇ, ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ ਕਿ ਭਾਰਤ ਵਿੱਚ ਮੁਸਲਮਾਨ ਭਾਈਚਾਰੇ ਦੇ ਖਿਲਾਫ, ਈਸਾਈ ਭਾਈਚਾਰੇ ਦੇ ਖਿਲਾਫ ਕਦੀ ਲਵ ਜਿਹਾਦ ਦੇ ਨਾਂ 'ਤੇ ਕਦੀ ਜਿਹੜੇ ਕਾਨੂੰਨ ਸੀਗੇ ਨਾਗਰਿਕਤਾ ਕਾਨੂੰਨ ਉਹਦੇ ਨਾਂ 'ਤੇ ਕਦੇ ਜਿਹੜੀ ਮੀਟ ਦੇ ਗਊ ਰਕਸ਼ਾ ਦੇ ਨਾਂ 'ਤੇ ਉਹਨਾਂ ਦੇ ਖਿਲਾਫ ਇੱਕ ਮਾਹੌਲ ਸਿਰਜਿਆ ਗਿਆ, ਜਿਹੜਾ ਬਾਅਦ ਦਿੱਲੀ ਦੰਗਿਆਂ ਦੇ ਰੂਪ ਵਿੱਚ ਪ੍ਰਗਟ ਹੋਇਆ ਔਰ ਜਿਸ ਨੇ ਮੁਸਲਮਾਨ ਭਾਈਚਾਰੇ ਦਾ ਵੱਡੀ ਪੱਧਰ 'ਤੇ ਕਤਲੇਆਮ ਕੀਤਾ, ਜਿਸ ਤਰ੍ਹਾਂ 84 'ਚ ਸਿੱਖ ਭਾਈਚਾਰੇ ਦਾ ਕਤਲੇਆਮ ਕੀਤਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਹੁਣ ਜਿਹੜਾ ਆਰਥਿਕ ਹੱਲਾ ਹੈਗਾ ਉਹ ਪਹਿਲਾਂ ਸੀਗਾ ਭਾਰਤੀ ਕੋਆਪਰੇਟਿਵ ਜਿਹੜੇ ਅਦਾਰੇ ਸੀਗੇ, ਭਾਰਤੀ ਜਿਹੜੇ ਪਬਲਿਕ ਅਦਾਰੇ ਸੀਗੇ। ਹੁਣ ਜਿਹੜਾ ਹੱਲਾ ਸੀਗਾ ਇੱਕ ਜਿਹੜੀ ਵੈਲਥ ਜਨਰੇਸ਼ਨ ਦੀ ਬਹੁਤ ਵੱਡੀ ਮਾਰਕੀਟ ਹੈ, 12 ਲੱਖ ਕਰੋੜ ਰੁਪਏ ਦੀ ਮਾਰਕੀਟ ਹੈ, ਉਹਦੇ 'ਤੇ ਨਿਗਾਹ ਸੀ ਕਾਰਪੋਰੇਟ ਸੈਕਟਰ ਦੀ, ਕਦੋਂ ਇਹਨੂੰ ਆਨੇ ਬਹਾਨੇ ਹਥਿਆਇਆ ਜਾਵੇ। ਜਿਹੜੇ ਤਿੰਨੇ ਕਾਨੂੰਨ ਆਏ ਨੇ, ਇਹਨਾਂ ਤਿੰਨਾਂ ਕਾਨੂੰਨ ਦਾ ਇੱਕੋ ਹੀ ਮਕਸਦ ਹੈ ਕਿ ਜਿਹੜੀ ਮਾਰਕੀਟ ਹੈ ਐਗਰੀਕਲਚਰ ਮਾਰਕੀਟ ਹੈਗੀ ਹੈ, ਜਿਹੜੀ ਕਿ ਰਾਜਾਂ ਦਾ ਵਿਸ਼ਾ ਹੈਗਾ। ਸੰਵਿਧਾਨ ਦੀ ਜਿਹੜੀ ਰਾਜਾਂ ਦੀ ਸੂਚੀ ਹੈਗੀ ਹੈ ਉਹਦੀ ਜਿਹੜੀ ਮੱਦ ਨੰਬਰ 14 ਹੈਗੀ, ਉਹਦੇ 'ਚ ਐਗਰੀਕਲਚਰ ਰਾਜਾਂ ਦਾ ਵਿਸ਼ਾ ਹੈਗਾ। ਇਸ ਤਰ੍ਹਾਂ ਸੰਵਿਧਾਨ ਦੀ ਰਾਜਾਂ ਦੀ ਸੂਚੀ ਵਿੱਚ ਮੱਦ ਨੰਬਰ 28 ਵਿੱਚ ਮਾਰਕੀਟਿੰਗ ਤੇ ਫੇਅਰਸ, ਇਹ ਵੀ ਰਾਜਾਂ ਦਾ ਵਿਸ਼ਾ ਹੈਗਾ। ਇਹ ਦੋਹਾਂ ਦੇ ਰਾਜਾਂ ਦੇ ਵਿਸ਼ਿਆਂ ਦਾ ਹਨਨ ਕਰਕੇ, ਇਹਨਾਂ ਦਾ ਘਾਣ ਕਰਕੇ, ਇਹਨਾਂ 'ਤੇ ਮਤਲਬ ਛੱਪਾ ਮਾਰ ਕੇ, ਜਿਸ ਤਰ੍ਹਾਂ ਪਹਿਲਾਂ ਰਾਜਾਂ ਦੇ ਵਿੱਦਿਆ ਰਾਜਾਂ ਦੇ ਅਧਿਕਾਰਾਂ ਕੋਲੋਂ ਖੋਲ੍ਹੀ ਗਈ, ਸਿਹਤ ਖੋਲ੍ਹੀ ਗਈ, ਵਿੱਦਿਆ ਥਰੂ HRD ਮਿਨਿਸਟਰੀ, ਸਿਹਤ ਥਰੂ NRHM, ਔਰ ਇਸ ਤਰ੍ਹਾਂ ਹੀ ਪਾਣੀ ਜਿਹੜੇ ਸੀਗੇ ਉਹ ਪੰਜਾਬ ਦੇ ਖੋਹੇ ਗਏ, ਜਿਹੜਾ ਕਿ ਪਾਣੀ ਰਾਜ ਦਾ ਵਿਸ਼ਾ ਸੀਗੇ। ਸੋ ਹੌਲੀ ਹੌਲੀ ਰਾਜਾਂ ਨੂੰ ਨਤਾਣੇ ਨਮਾਣੇ ਕਮਜ਼ੋਰ ਕੀਤਾ ਜਾ ਰਿਹਾ ਅਤੇ ਕੇਂਦਰ ਆਰਥਿਕ ਪੱਖੋਂ ਵੀ, ਸਿਆਸੀ ਪੱਖੋਂ ਵੀ ਤੇ ਸਾਧਨਾ ਪੱਖੋਂ ਵੀ ਉਹ ਦਿਨ ਪਰ ਦਿਨ ਉਹ ਜਿਹੜਾ ਤਾਕਤਾਂ ਦਾ ਕੇਂਦਰੀਕਰਨ ਹੈ ਉਹ ਹੋ ਰਿਹਾ। ਜਦ ਕਿ ਚਾਹੀਦਾ ਇਹ ਸੀ ਕਿ ਮੁਲਕ ਦੀਆਂ ਜਿੰਨੀਆਂ ਵਿਲੱਖਣਤਾਵਾਂ ਹੈਗੀਆਂ, ਧਾਰਮਿਕ ਵਿਲੱਖਣਤਾਵਾਂ, ਕੌਮੀ ਵਿਲੱਖਣਤਾਵਾਂ, ਭਾਸ਼ਾਈ ਵਿਲੱਖਣਤਾਵਾਂ, ਇਲਾਕਾਈ ਵਿਲੱਖਣਤਾਵਾਂ, ਨਸਲੀ ਵਿਲੱਖਣਤਾਵਾਂ, ਸੱਭਿਆਚਾਰਕ ਵਿਲੱਖਣਤਾਵਾਂ, ਸਾਰੀਆਂ ਵਿਲੱਖਣਤਾਵਾਂ ਦੇ ਮੱਦੇ ਨਜ਼ਰ ਇੱਥੇ ਇੱਕ ਮਜ਼ਬੂਤ ਕਿਹੜਾ ਫੈਡਰਲ ਢਾਂਚਾ ਹੁੰਦਾ ਜਿਸ ਸਾਰੀਆਂ ਵਿਲੱਖਣਤਾਵਾਂ ਨੂੰ ਖੁੱਲ੍ਹੇ ਅਸਮਾਨ ਹੇਠ ਇੱਕੋ ਹੀ ਦਰਜੇ ਨਾਲ ਵਧਣ ਫੁੱਲਣ ਦਾ ਮੌਕਾ ਮਿਲਦਾ ਔਰ ਸਾਰੀਆਂ ਵਿਲੱਖਣਤਾਵਾਂ 'ਚ ਇੱਕ ਆਪਣੇ ਜਿਹੜੇ ਵਿਰਸੇ ਨੂੰ, ਵਿਰਾਸਤ ਨੂੰ ਅੱਗੇ ਤੋਰਨ ਦੀ ਖੁੱਲ੍ਹ ਹੁੰਦੀ ਹੈਗੀ ਹੈ। ਅਤੇ ਉਸ ਦੇ ਉਲਟ ਇਹਨਾਂ ਨੇ ਨਾ ਸਿਰਫ ਇਹਨਾਂ ਵਿਲੱਖਣਤਾਵਾਂ ਨੂੰ ਮਾਰਿਆ, ਬਲਕਿ ਹੁਣ ਅੰਤ ਵਿੱਚ ਆ ਕੇ ਜਿਹੜਾ ਇੱਕ ਗੌਰਵਮਈ ਪੰਜਾਬ ਸੀਗਾ, ਜਿਹਨੂੰ ਆਪਣੇ ਆਪ 'ਤੇ ਮਾਣ ਸੀਗਾ, ਜਿਹਦੀ ਜ਼ਮੀਨ ਸਭ ਤੋਂ ਦੁਨੀਆ ਜਰਖੇਜ਼ ਭੋਏ ਅੱਜ ਪੰਜਾਬ ਕੋਲ ਸੀਗੀ ਜਾਂ ਪੰਜਾਬ ਕੋਲ ਹੈਗੀ ਹੈ। ਔਰ ਪੰਜਾਬ ਇੱਕ ਮਾਣਮੱਤੀ ਕੌਮ ਹੈਗੀ ਹੈ, ਇੱਕ ਜੁਝਾਰੂ ਕੌਮ ਹੈ, ਜਿਹਨੇ ਕਿੰਨੇ ਹੱਲੇ ਝੱਲੇ ਨੇ ਵਿਦੇਸ਼ੀ ਹਮਲਾਵਰਾਂ ਦੇ, ਔਰ ਜਿਹਨੇ ਆਪਣਾ ਰਾਜ ਤੱਕ ਭੋਗਿਆ ਹੈਗਾ ਹੈ, ਲੰਮੇ ਸਮੇਂ ਵਾਸਤੇ, ਦਹਾਕਿਆਂ ਵਾਸਤੇ ਰਾਜ ਭੋਗਿਆ ਹੈਗਾ। ਉਸ ਮਾਣਮੱਤੀ ਕੌਮ ਨੂੰ ਨੇਸਤਾ ਨਬੂਦ ਕਰਨ ਵਾਸਤੇ ਕਦੇ ਤਾਂ ਉਹਨੂੰ ਪੰਜਾਬ ਨੂੰ ਜਿਹੜਾ ਕਿ ਮਾਣਮੱਤਾ ਪੰਜਾਬ ਸਾਡਾ, ਕਦੇ ਤਾਂ ਉਹਨੂੰ ਭਾਸ਼ਾ ਦੇ ਨਾਂ 'ਤੇ ਪਾੜ ਕੇ ਸੰਨ 61 ਦੀ ਜਨਗਣਨਾ ਵਿੱਚ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਮਾਂ ਬੋਲੀ ਤੋਂ ਮੁਨਕਰ ਕਰਾ ਕੇ ਕੁਛ ਜਿਹੜੀਆਂ ਜਥੇਬੰਦੀਆਂ ਸੀਗੀਆਂ ਪੰਜਾਬ ਵਿਰੋਧੀ ਉਹਨਾਂ ਨੇ, ਜਾਂ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਧਰਮ ਦੇ ਨਾਂ 'ਤੇ ਲੜਾ ਕੇ ਜੋ ਪੰਜਾਬ ਦਾ ਘਾਣ ਕੀਤਾ, ਮੈਨੂੰ ਲੱਗਦਾ ਉਹਦੇ ਨਾਲ ਵੀ ਇਹਨਾਂ ਦਾ ਘਰ ਪੂਰਾ ਨਹੀਂ ਹੋਇਆ। ਇਹਨਾਂ ਨੂੰ ਤਸੱਲੀ ਨਹੀਂ ਹੋਈ ਕਿ ਕਿਵੇਂ ਪੰਜਾਬ ਦੀ ਮਾਣਮੱਤੀ ਕੌਮ ਦਾ, ਪੰਜਾਬ ਦੀ ਗੌਰਵਮਈ ਕੌਮ ਦਾ ਜੋ ਇੱਕ ਵਿਰਸਾ ਹੈਗਾ, ਵਿਰਾਸਤ ਹੈਗੀ ਹੈ, ਔਰ ਜੋ ਉਹਦਾ ਖੇਤੀਬਾੜੀ ਨਾਲ ਜੁੜਿਆ ਉਹਦਾ ਰਿਸ਼ਤਾ ਹੈਗਾ ਹੈ, ਉਹਨੂੰ ਖਤਮ ਕਰਕੇ ਇਹਨੂੰ ਕੌਮੀ ਮਾਰਕੀਟ ਦਾ ਹਿੱਸਾ ਬਣਾਉਣਾ। ਜਿਵੇਂ ਪਹਿਲਾਂ ਇਹਨੇ GST ਰਾਹੀਂ ਇੱਕ ਟੈਕਸ ਇੱਕ ਮਾਰਕੀਟ, ਇੱਕ ਦੇਸ਼ ਇੱਕ ਟੈਕਸ ਇੱਕ ਮਾਰਕੀਟ, ਇੱਕ ਦੇਸ਼ ਇੱਕ ਮਾਰਕੀਟ ਇੱਕ ਟੈਕਸ, ਉਹਦੇ ਰਾਹੀਂ ਇੱਕ ਭਾਰਤ ਦਾ ਇੱਕ ਜਿਹੜਾ ਏਕੀਕਰਨ ਸੀਗਾ, ਭਾਰਤ ਦਾ ਜਿਹੜਾ ਇਕਾਤਮਕ ਭਾਰਤ ਸਿਰਜਣ ਦਾ ਜਿਹੜਾ ਸੁਪਨਾ ਸੀਗਾ, ਜਿਹਦੇ ਰਾਹੀਂ ਇੱਕ ਹਿੰਦੂ ਭਾਰਤ, ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਏਜੰਡਾ ਸੀਗਾ ਉਹ ਲਾਗੂ ਕੀਤਾ ਹੈਗਾ। ਤੇ ਹੁਣ ਇਹੀ ਮਾਮਲਾ ਖੇਤੀਬਾੜੀ ਦੇ ਮਾਮਲੇ ਵਿੱਚ ਇੱਕੋ ਹੀ ਮਾਰਕੀਟ ਬਣਾ ਕੇ, ਤੇ ਉਹ ਵੀ ਮਾਰਕੀਟ ਕਾਰਪੋਰੇਟ ਦੀਆਂ ਸ਼ਰਤਾਂ ਤੇ ਕਾਰਪੋਰੇਟ ਦੇ ਫਾਇਦੇ ਵਾਸਤੇ ਬਣਾ ਕੇ, ਜਿਹਦੇ 'ਚ ਇਮਕਾਨ ਇਹ ਹੈਗਾ, ਖਦਸ਼ਾ ਇਹ ਹੈਗਾ ਕਿ ਜਿਹੜੀ ਛੋਟੀ ਕਿਸਾਨੀ ਹੈਗੀ ਹੈ ਜਾਂ ਕੁਛ ਹੱਦ ਤੱਕ ਦਰਮਿਆਨੀ ਕਿਸਾਨੀ ਹੈ, ਉਹਨੂੰ ਨੇਸਤਾ ਨਬੂਦ ਕਰਕੇ, ਉਹਨੂੰ ਕਾਰਪੋਰੇਟ ਸੈਕਟਰ ਦੇ ਰਹਿਮੋ ਕਰਮ 'ਤੇ ਕਰਕੇ, ਜਿਹੜੀ ਕੰਟਰੈਕਟ ਫਾਰਮਿੰਗ ਹੈਗੀ ਹੈ ਉਹ ਲਿਆ ਕੇ ਵੱਡੇ ਫਾਰਮ ਬਣਾ ਕੇ, ਔਰ ਸਾਰੀ ਕੁਛ ਦਾ ਮਸ਼ੀਨੀਕਰਨ ਕਰਕੇ ਵੱਡੀ ਪੱਧਰ
ਤੇ ਉਹਨੂੰ ਕਾਰਪੋਰੇਟ ਸੈਕਟਰ ਦੇ ਲਾਹੇਵੰਦ ਆ, ਕਿਉਂਕਿ ਇੱਕ ਜਿਹੜਾ ਕੋਵਿਡ-19 ਕ੍ਰਾਈਸਿਸ ਹੈ, ਜਿਹੜਾ ਕੋਵਿਡ-19 ਦੇ ਬਾਅਦ ਦੁਨੀਆ ਸੰਕਟ ਪੈਦਾ ਹੋਇਆ ਹੈਗਾ, ਉਹਨੇ ਇੱਕ ਗੱਲ ਜ਼ਾਹਰ ਕਰ ਦਿੱਤੀ ਹੈਗੀ ਕਿ ਹਿੰਦੁਸਤਾਨ ਦੀ GDP ਜਿਹੜੀ 5-6% ਤੇ ਕਦੀ 4% ਤੇ ਜਾਂ ਘੱਟੋ ਘੱਟ 3-4% ਤੇ ਸੀਗੀ, ਇੰਡਸਟਰੀਅਲ ਜਿਹੜੀ ਕਿ ਸਨਅਤੀ ਸੀਗੀ, ਜਾਂ ਫਿਰ ਜਿਹੜੀ ਮਤਲਬ ਸਰਵਿਸ ਸੈਕਟਰ ਸੀਗਾ, ਜਿਹਦੇ 'ਚ ਆਪਾਂ ਸਾਰੀ ਸਰਵਿਸਿਜ਼ ਦੇਖਦੇ ਹਾਂ, ਟੈਲੀਕਾਮ ਵਗੈਰਾ ਸਾਰਾ ਕੁਝ, ਉਹ ਜਿਹੜੀ 4-6% ਤੇ ਗਰੋ ਕਰ ਰਹੀ ਸੀਗੀ, ਅੱਜ ਉਹ -23% ਤੇ ਪੁੱਜੀ ਹੋਈ ਹੈ। ਜੇ ਕਿਤੇ ਪੋਜ਼ਿਟਿਵ ਗਰੋਥ ਹੈਗੀ ਹੈ ਉਹ ਐਗਰੀਕਲਚਰ 'ਚ ਹੈਗੀ ਹੈ। ਸ਼ੰਕੇ ਵੀ ਨੇ ਕਿ ਇਹ ਅੱਗੇ ਵੀ ਮਾਈਨਸ ਦੇ ਵਿੱਚ ਜਾ ਸਕਦੀ ਆ। ਜਿਹੜੀ ਪੋਜ਼ਿਟਿਵ ਗਰੋਥ ਦੇਖੀ ਹੈ, ਜਿਹੜੀ ਦੁਨੀਆ ਅੱਖੀ ਨਜ਼ਰ ਆਈ ਹੈਗੀ ਹੈ, ਹੈਗਾ ਕਿ ਐਗਰੀਕਲਚਰ ਨਹੀਂ ਮਰਦਾ, ਸਾਰੇ ਸੈਕਟਰ ਮਰ ਜਾਣਗੇ, ਐਗਰੀਕਲਚਰ ਨਹੀਂ ਮਰਦਾ। ਪਲੱਸ ਦੇ ਵਿੱਚ ਰਹੀ ਹੈ 3.4 ਰਹੀ ਹੈ। ਔਰ ਇੱਕ ਤਾਂ ਗੱਲ ਸਾਫ਼ ਹੈ ਕਿ ਦੁਨੀਆ ਸਕੂਟਰ ਨਹੀਂ ਖਰੀਦੂ, ਕਾਰ ਨਹੀਂ ਖਰੀਦੂ, ਫ੍ਰਿਜ ਨਹੀਂ ਖਰੀਦੂ, AC ਨਹੀਂ ਖਰੀਦੂ, ਪਰ ਦੁਨੀਆ ਅਨਾਜ ਜ਼ਰੂਰ ਖਰੀਦੂਗੀ, ਦੁਨੀਆ ਸਬਜ਼ੀ ਜ਼ਰੂਰ ਖਰੀਦੂਗੀ, ਦੁਨੀਆ ਦੁੱਧ ਜ਼ਰੂਰ ਖਰੀਦੂਗੀ, ਦੁਨੀਆ ਫਲ ਜ਼ਰੂਰ ਖਰੀਦੂਗੀ। ਸੋ ਦੁਨੀਆ ਦੀ ਹੋਂਦ ਜਿਹੜੀ ਹੈਗੀ ਹੈ ਉਹ ਕੋਵਿਡ-19 ਕ੍ਰਾਈਸਿਸ ਨੇ ਜਿਹੜੀ ਸਾਬਤ ਕਰ ਦਿੱਤਾ ਕਿ ਅਨਾਜ ਤੋਂ ਬਗੈਰ, ਕਿਸਾਨ ਤੋਂ ਬਗੈਰ, ਖੇਤੀ ਤੋਂ ਬਗੈਰ ਇਹ ਦੁਨੀਆ ਚਿਤਵਣਾ ਅਸੰਭਵ ਹੈਗਾ ਹੈ। ਸੋ ਉਸ ਵੱਡੀ ਮਾਰਕੀਟ ਨੂੰ 12 ਲੱਖ ਕਰੋੜ ਦੀ ਮਾਰਕੀਟ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਸਤੇ ਔਰ ਕਿਸਾਨੀ ਦਾ ਗਲਾ ਘੁੱਟਣ ਵਾਸਤੇ ਇਹ ਜਿਹੜੇ ਬਿੱਲ ਲਿਆਂਦੇ ਗਏ ਹੈਗੇ ਆ, ਇਹ ਹਿੰਦੁਸਤਾਨ ਵਾਸਤੇ ਘਾਤਕ ਹੈ ਹੀ। ਪਰ ਉੱਥੇ ਇਸ ਤਰ੍ਹਾਂ ਘੱਟ ਘਾਤਕ ਹੈ ਕਿ ਉੱਥੇ ਪਹਿਲਾਂ ਕਿਹੜਾ MSP ਮਿਲਦੀ ਸੀ। ਬਿਹਾਰ ਝੋਨੇ ਰੇਟ ਅੱਜ ਵੀ 1100-1200 ਹੈਗਾ, ਬਿਹਾਰ ਕਣਕ ਦਾ ਰੇਟ ਅੱਜ ਵੀ 800-900 ਹੈਗਾ। 2006 ਦੇ ਵਿੱਚ ਬਿਹਾਰ ਦਾ ਮੰਡੀ ਬੋਰਡ ਭੰਗ ਕਰਤਾ ਰਾਜ ਸੀਗੇ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ, ਜਿੱਥੇ MSP ਇਨਸ਼ੋਰ ਸੀ, ਉਹ ਵੀ ਨਹੀਂ ਆਪਣੇ ਲਾਲਚ ਵਾਸਤੇ ਕੀਤੀ ਸੀ ਤਾਂ ਕਿਸਾਨੀ ਨੂੰ ਹੁਲਾਰਾ ਦਿੱਤਾ ਜਾ ਸਕੇ ਔਰ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਜਾ ਸਕਣ। ਹੁਣ ਉਹ ਜਦੋਂ ਇਹਨਾਂ ਕੋਲ ਨਵੇਂ ਖਿੱਤੇ ਪੈਦਾ ਹੋ ਗਏ, ਉੱਤਰ ਪੂਰਬ ਹੋ ਗਿਆ ਝੋਨੇ ਵਾਸਤੇ ਤੇ ਮੱਧ ਪ੍ਰਦੇਸ਼ ਤੇ ਕੁਝ ਹੋਰ ਰਾਜ ਹੋ ਗਏ ਕਣਕ ਵਾਸਤੇ, ਜਦੋਂ ਉਧਰੋਂ ਆਤਮ ਨਿਰਭਰ ਹੋ ਗਏ ਤਾਂ ਇਹਨੇ ਫੈਸਲਾ ਕਰ ਲਿਆ ਕਿ ਹੁਣ ਪੰਜਾਬ ਦੀ ਕਿਸਾਨੀ ਦੀ ਕੋਈ ਲੋੜ ਨਹੀਂ ਹੈਗੀ ਹੈ, ਇਹਨਾਂ ਨੂੰ ਜਿਹੜੀ ਰਹਿਤਾਂ ਦਿੱਤੀਆਂ ਵਾਪਸ ਲਓ। ਉਲਟਾ ਜਿਹੜੀ ਜਿੱਥੇ ਇੱਥੇ ਐਗਰੀਕਲਚਰ ਇਨਫਰਾਸਟ੍ਰਕਚਰ ਡਿਵੈਲਪਡ ਹੈਗਾ ਹੈ ਉਹਦੇ ਕਬਜ਼ਾ ਕਰਕੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਹਵਾਲੇ ਕੀਤਾ ਜਾਵੇ, ਤੇ ਨਾਲ ਦੀ ਨਾਲ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਚੇਂਜ ਕੀਤਾ ਉਹਦੇ ਰਾਹੀਂ ਇਹਨਾਂ ਨੂੰ ਬਿਨਾਂ ਕਿਸੇ ਝੰਜੜ ਤੋਂ, ਬਿਨਾਂ ਕਿਸੇ ਰੋਕ ਤੋਂ ਇਹਨਾਂ ਨੂੰ ਆਪਣੀ ਫਸਲਾਂ ਦੇ ਆਪਣੀਆਂ ਜਿਣਸਾਂ ਦੇ ਅੰਬਾਰ ਲਾਉਣ ਦੀ, ਸਟੋਰ ਕਰਨ ਦੀ ਇਜਾਜ਼ਤ ਦਿੱਤੀ, ਤਾਂ ਕਿ ਜਿੰਨਾ ਮਰਜ਼ੀ ਬਲੈਕ ਮਾਰਕੀਟ ਕਰਨ, ਕਿਸਾਨ ਕੋਲ 18 ਰੁਪਏ ਕਿਲੋ ਖਰੀਦ ਕੇ ਚਾਹੇ 50 ਰੁਪਏ ਕਿਲੋ ਕਣਕ ਬੀਜਣ, ਇਹਨਾਂ ਨੂੰ ਪੁੱਛਣ ਵਾਲਾ ਨੂੰ ਕੋਈ ਨਹੀਂ ਰਿਹਾ ਹੈਗਾ। ਸੋ ਤਿੰਨੇ ਕਾਨੂੰਨ ਪੰਜਾਬ ਵਾਸਤੇ ਘਾਤਕ ਹੈ, ਕਿਸਾਨੀ ਵਾਸਤੇ ਘਾਤਕ ਹੈ, ਮਜ਼ਦੂਰਾਂ ਵਾਸਤੇ ਘਾਤਕ ਹੈ, ਟਰੱਕ ਡਰਾਈਵਰਾਂ, ਛੋਟੇ ਜਿਹੜੇ ਕਾਰੋਬਾਰੀ ਜਿਹੜੇ ਢੋਆ ਢੁਆਈ ਵਾਲੇ ਸਾਧਨ ਸੀ ਉਹਨਾਂ ਵਾਸਤੇ ਘਾਤਕ ਹੈਗਾ, ਪੱਲੇਦਾਰਾਂ ਵਾਸਤੇ ਘਾਤਕ ਹੈਗਾ, ਵਪਾਰੀਆਂ ਵਾਸਤੇ ਘਾਤਕ ਹੈ, ਔਰ ਇਹ ਆੜ੍ਹਤੀਆਂ ਵਾਸਤੇ ਘਾਤਕ ਹੈ। ਸਮੁੱਚੇ ਪੰਜਾਬ ਦੀ ਜਿਹੜੀ ਖੇਤੀ ਆਧਾਰਿਤ ਆਰਥਿਕਤਾ ਹੈਗੀ ਉਹਨੂੰ ਲੀਹੋ ਲਾਉਣ ਵਾਸਤੇ ਇਹ ਬਿੱਲ ਲਿਆਂਦੇ ਗਏ ਹੈਗੇ ਆ, ਤਾਂ ਜੋ ਪੰਜਾਬ ਦੇ ਖੇਤੀਬਾੜੀ ਨੂੰ ਕਾਰਪੋਰੇਟ ਦੇ ਝੋਲੀ 'ਚ ਪਾਇਆ ਜਾ ਸਕੇ ਔਰ ਪੰਜਾਬ ਦੀ ਖੇਤੀਬਾੜੀ ਨੂੰ ਔਰ ਖੇਤੀਬਾੜੀ ਜੁੜ ਕੇ ਪੰਜਾਬ ਦੇ ਸਵੈਮਾਣ ਨੂੰ ਉਹ ਖਤਮ ਕੀਤਾ ਜਾ ਸਕੇ। ਜਿਹੜੀ ਰਹਿੰਦੀ ਖੁੰਦੀ ਕਸਰ ਸੀ, ਚਾਹੇ ਖਾੜਕੂਵਾਦ ਰਾਹੀਂ ਕੀਤਾ, ਚਾਹੇ ਨਸ਼ਾ ਰਾਹੀਂ ਕੀਤਾ, ਚਾਹੇ ਉਹਨਾਂ ਖੇਤੀ ਕਾਨੂੰਨ ਲਿਆ ਕੇ ਪੰਜਾਬੀ ਕੌਮ ਨੂੰ ਮਤਲਬ ਇੱਕ ਖਤਮ ਕਰ, ਜਿਹੜੀ ਇੱਕ ਦੁਨੀਆ ਭਰ ਦੀ ਬਹੁਤ ਮਜ਼ਬੂਤ ਕੌਮਾਂ 'ਚ ਇੱਕ ਕੌਮ ਸੀ ਜਿਹਦਾ ਆਪਣਾ ਰਾਜ ਹੁੰਦਾ ਸੀ ਕਿਸੇ ਵੇਲੇ, ਉਸ ਕੌਮ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਉਪਰਾਲਾ ਦਿੱਲੀ ਦਾ ਦਰਬਾਰ ਹੈਗਾ ਉਹ ਕਰ ਰਿਹਾ ਹੈਗਾ। ਉਹ ਦਰਬਾਰ ਚਾਹੇ ਮਨਮੋਹਨ ਸਿੰਘ ਕੋਲ ਰਿਹਾ ਹੋਵੇ ਅੱਜ, ਚਾਹੇ ਉਸ ਮਨਮੋਹਨ ਸਿੰਘ ਤੋਂ ਵੱਧ ਘਾਤਕ ਜਿਹੜਾ ਇੱਕ ਪਾਰਟੀ ਹੈਗੀ ਹੈ ਜਾਂ ਪੰਜਾਬ ਦੁਖੀ ਪਾਰਟੀ ਹੈ, ਅੱਜ ਉਹ ਭਾਜਪਾ ਕੋਲ ਹੋਵੇ। ਡਾਕਟਰ ਸਾਹਿਬ, ਜੋ ਇਹ ਕੇਂਦਰ, ਜੋ ਰਾਜਾਂ ਦੀਆਂ, ਸਟੇਟ ਦੀਆਂ ਜੋ ਪਾਵਰਾਂ ਨੇ ਉਹਨੂੰ ਖੋਹ ਕੇ, ਚਾਹੇ ਪਾਣੀਆਂ ਦਾ ਮਸਲਾ ਰਿਹਾ ਹੋਵੇ, 78, 79, 80 ਮਦਾਂ ਲਾ ਕੇ ਉਹ ਪੰਜਾਬ ਦੇ ਪਾਣੀ ਖੋਏ ਗਏ, ਤੇ ਅੱਜ ਜੋ ਸਟੇਟ ਦੀਆਂ ਕੇਂਦਰ ਪਾਵਰਾਂ ਆਪਣੀ ਸ਼ਕਤੀਆਂ ਖੋਹਣ ਤੇ ਤੁਲਿਆ ਹੋਇਆ, ਤਾਮਿਲਨਾਡੂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਤੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਤੀ। ਹੁਣ ਮਹਿਬੂਬਾ ਮੁਫਤੀ, ਉਮਰ ਅਬਦੁੱਲਾ ਤੇ ਹੋਰ ਇਹ ਮਿਲ ਕੇ ਸਭ ਇੱਕ ਫਰੰਟ ਤਿਆਰ ਕਰਿਆ ਇਹਨਾਂ ਨੇ ਕਿ ਅਸੀਂ ਲੜਾਈ ਲੜਾਂਗੇ ਇਹਦੀ, ਤੇ ਪੰਜਾਬ ਹੁਣ ਕਿਤੇ ਨਾ ਕਿਤੇ ਇਹ MSP ਦੀ ਲੜਾਈ ਤੋਂ ਅੱਗੇ ਵੱਧ ਕੇ ਖੁਦ ਮੁਖਤਿਆਰੀ ਦੀ ਗੱਲ ਕਰਨ ਲੱਗ ਪਿਆ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਇਸ ਸਭ ਨੂੰ ਠੱਲ ਕਿਵੇਂ ਪਵੇ? ਕੇਂਦਰ ਸਰਕਾਰ ਦੀ ਜੋ ਨੀਤੀਆਂ ਨੇ ਜੋ ਸਟੇਟਾਂ ਨੂੰ ਵਿਰੋਧ ਕਰਦੇ ਮਜਬੂਰ ਕਰ ਰਹੀਆਂ ਨੇ, ਇਹਨੂੰ BJP ਸਰਕਾਰ ਦੇ ਨਾ ਮਨਸੂਬੇ ਨੂੰ ਠੱਲ ਕਿਵੇਂ ਪਾਈ ਜਾਵੇ? ਦੇਖੋ, ਜੇ ਤੁਹਾਨੂੰ ਯਾਦ ਹੋਵੇ ਤੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਪੰਜਾਬ ਰਾਜ ਲਈ ਤੇ ਬਾਕੀ ਰਾਜਾਂ ਲਈ ਖੁਦ ਮੁਖਤਿਆਰੀ ਦੀ ਗੱਲ ਸਭ ਤੋਂ ਪਹਿਲਾਂ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਸੰਨ 18 'ਚ ਬੋਲਿਆ ਸੀਗਾ, ਔਰ ਅਸੀਂ 1918 ਦੇ 1 ਨਵੰਬਰ ਨੂੰ ਜਿਹੜਾ ਕਿ ਪੰਜਾਬ ਦਿਵਸ ਹੈਗਾ, ਅਸੀਂ ਚੰਡੀਗੜ੍ਹ ਵਿੱਚ ਇੱਕ ਸਰਬ ਰਾਜ ਕਨਵੈਨਸ਼ਨ ਬੁਲਾਈ ਸੀ, ਜੇ ਤਾਮਿਲਨਾਡੂ, ਬੰਗਾਲ, ਮਹਾਰਾਸ਼ਟਰਾ ਤੇ ਹੋਰ 5 ਰਾਜਾਂ ਦੇ ਨੁਮਾਇੰਦੇ ਸ਼ਾਮਲ ਹੋਏ ਸੀਗੇ। ਸਭ ਤੋਂ ਪਹਿਲਾਂ ਪੰਜਾਬ ਦੀ ਖੁਦ ਮੁਖਤਿਆਰੀ, ਰਾਜਾਂ ਦੇ ਵੱਧ ਅਧਿਕਾਰ ਔਰ ਫੈਡਰਲਿਜ਼ਮ
ਸੰਘੀ ਢਾਂਚਾ ਸਹੀ ਮਾਨਿਆਂ 'ਚ ਉਹਦੀ ਮੰਗ ਅਸੀਂ ਪੰਜਾਬ ਮੰਚ ਰਾਹੀਂ ਉਠਾਈ ਸੀਗੀ, ਜਿਸ 'ਚ 1000 ਦੇ ਬੰਦਾ ਸ਼ਾਮਲ ਹੋਇਆ ਸੀਗਾ ਬਾਬਾ ਬੂਝਾ ਸਿੰਘ ਭਵਨ ਚੰਡੀਗੜ੍ਹ ਵਿਖੇ। ਤੇ ਅਸੀਂ ਤਾਂ ਸ਼ੁਰੂ ਤੋਂ ਹੀ ਮਦਈ ਰਹੇ ਹਾਂ ਕਿ ਰਾਜਾਂ ਦੇ ਅਧਿਕਾਰ ਹੌਲੀ ਹੌਲੀ ਕੇਂਦਰ ਨੇ ਖੋਹ ਕੇ ਕੇਂਦਰ ਨੂੰ ਖੁਦ ਨੂੰ ਤਾਕਤਵਰ ਬਣਾ ਲਿਆ ਔਰ ਰਾਜਾਂ ਨੂੰ ਕੰਗਾਲ ਖੁੰਗਲ ਤੇ ਨਕਾਰਾ ਬਣਾ ਦਿੱਤਾ ਹੈਗਾ। ਉਹ ਸਾਰੀ ਪ੍ਰਕਿਰਿਆ ਬਦਲਣੀ ਚਾਹੀਦੀ ਹੈਗੀ ਹੈ। ਰਾਜਾਂ ਦੇ ਅਧਿਕਾਰ ਖੁਦ ਸੇ ਅਧਿਕਾਰ ਬਹਾਲ ਹੋਣੇ ਚਾਹੀਦੇ। ਪੰਜਾਬ ਦੇ ਪਾਣੀਆਂ ਦੀ ਮਾਲਕੀ ਦਾ ਅਧਿਕਾਰ ਸਵੀਕਾਰ ਕਰਨਾ ਚਾਹੀਦਾ ਔਰ ਪੰਜਾਬ ਦੇ ਲੁੱਟੇ ਪਾਣੀਆਂ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਪੰਜਾਬ ਨੂੰ ਮਿਲਣਾ ਚਾਹੀਦਾ। ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਨੂੰ ਜਿੱਥੇ 80 ਪੈਸੇ ਯੂਨਿਟ ਬਿਜਲੀ ਪੈਦਾ ਹੁੰਦੀ ਹੈ ਔਰ ਜਿਹੜੀ ਅਸੀਂ ਕੋਲੇ ਦੀ ਸਵਾਹ ਸਿਰ 'ਚ ਪਵਾ ਕੇ ਬਿਜਲੀ ਬਣਾਉਂਦੇ ਹੈਗੇ ਉਹ ਸਾਨੂੰ ਤਕਰੀਬਨ ਖਪਤਕਾਰ ਨੂੰ 10 ਰੁਪਏ ਯੂਨਿਟ ਮਿਲਦੀ ਪਈ ਹੈ। ਉਹ ਸਾਰਾ ਸਿਸਟਮ ਖਤਮ ਕਰਕੇ ਪੰਜਾਬ ਨੂੰ ਪੰਜਾਬ ਦੇ ਹੱਕ ਮਿਲਣੇ ਚਾਹੀਦੇ ਹੈਗੇ ਆ, ਤਾਂ ਹੀ ਪੰਜਾਬ ਆਪਣੇ ਪੈਰਾਂ ਸਿਰ ਖੜਾ ਹੋਊਗਾ। ਔਰ ਇਸ ਦੇ ਨਾਲ ਹੀ ਜਿਵੇਂ ਬਾਕੀ ਰਾਜਾਂ ਵਿੱਚ ਬਾਹਰਲੇ ਦੇਸ਼ਾਂ ਤੋਂ ਸਫੀਰ ਆਉਂਦੇ ਆ, ਬਾਹਰਲੇ ਦੇਸ਼ਾਂ ਦੇ ਵਿੱਤ ਮੰਤਰੀ ਆਉਂਦੇ ਆ, ਰਾਜਾਂ ਨਾਲ ਸਮਝੌਤੇ ਕਰਦੇ ਹੈਗੇ, ਪੰਜਾਬ ਨੂੰ ਵੀ ਆਪਣੀਆਂ ਜਿਣਸਾਂ ਨੂੰ, ਜਦੋਂ ਮੋਦੀ ਸਾਹਿਬ ਕਹਿੰਦੇ ਖੁੱਲੀ ਮਾਰਕੀਟ ਹੈਗੀ ਹੈ, ਸਾਨੂੰ ਵੀ ਇਹ ਜਿਹੜੀ ਜਿਣਸਾਂ ਹੈਗੀਆਂ, ਜਿਵੇਂ ਸਾਡਾ ਪਹਿਲਾਂ ਵਪਾਰ ਹੁੰਦਾ ਸੀਗਾ, ਸਿਲਕ ਰੂਟ ਹੁੰਦਾ ਸੀਗਾ ਜਿਹੜਾ ਸੈਂਟਰਲ ਏਸ਼ੀਆ ਨਾਲ, ਜਿਹੜਾ ਕਹਿੰਦਾ ਨਾ ਜੋ ਸੁਖ ਛੱਜੂ ਦੇ ਚਵਾਰੇ ਸੋ ਬਲਖ ਨਾ ਬਖਾਰੇ, ਸਾਡਾ ਬਲਖ ਬਖਾਰੇ ਤੱਕ ਸਾਡਾ ਵਪਾਰ ਹੁੰਦਾ ਸੀਗਾ ਪੰਜਾਬੀਆਂ ਦਾ ਥਰੂ ਪੰਜਾਬ। ਤੇ ਅੱਜ ਸਾਡਾ ਵਪਾਰ ਜਾਂਦਾ ਹੈਗਾ ਇੱਥੋਂ ਪਹਿਲਾਂ ਕਰਾਚੀ ਤੋਂ ਦੁਬਈ, ਇੱਥੋਂ ਬੰਬੇ ਤੋਂ ਕਰਾਚੀ ਜਾਂ ਦੁਬਈ ਜਾਂਦਾ ਹੈਗਾ। ਅੱਜ ਸਾਨੂੰ ਰੂਟ ਬੜਾ ਮਹਿੰਗਾ ਪੈਂਦਾ ਹੈਗਾ ਪੰਜਾਬੀਆਂ ਨੂੰ। ਸੋ ਪੰਜਾਬ ਦਾ ਵਪਾਰ, ਪੰਜਾਬ ਨੂੰ ਅਧਿਕਾਰ ਹੋਣਾ ਚਾਹੀਦਾ ਕਿਹੜਾ ਆਪਣਾ ਅੰਤਰਰਾਸ਼ਟਰੀ ਵਪਾਰ ਹੈ, ਖਾਸ ਤੌਰ ਤੇ ਸੈਂਟਰਲ ਏਸ਼ੀਆ ਨਾਲ ਤੇ ਮੱਧ ਪੂਰਬ ਨਾਲ, ਉਹ ਸਾਨੂੰ ਜਿਹੜਾ ਵਪਾਰ ਹੈ ਉਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਕਿ ਪੰਜਾਬ ਦਾ ਕਿਸਾਨੀ ਵੀ, ਪੰਜਾਬ ਦੇ ਨੌਜਵਾਨ ਵੀ, ਪੰਜਾਬ ਦੇ ਵਪਾਰੀ ਵਰਗ ਵੀ, ਪੰਜਾਬ ਦਾ ਆੜ੍ਹਤੀਆ ਵਰਗ ਵੀ, ਸਾਰਿਆਂ ਨੂੰ ਕੰਮ ਮਿਲੇ, ਪੰਜਾਬ ਵਧੇ ਫੁੱਲੇ। ਪੰਜਾਬ ਦੀ ਤਰੱਕੀ ਦਾ ਇੱਕ ਰਸਤਾ ਬਾਇਆ ਪਾਕਿਸਤਾਨ, ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ, ਜਿਹਨੂੰ CPEC ਕਹਿੰਦੇ ਹੈਗੇ ਆ, ਸਾਨੂੰ ਉਹਦੇ ਨਾਲ ਸਾਨੂੰ ਨਾਲ ਜੁੜਨਾ ਚਾਹੀਦਾ ਔਰ ਸਾਨੂੰ ਅਧਿਕਾਰ ਹੋਣਾ ਚਾਹੀਦਾ ਆਪਣੀਆਂ ਜਿਣਸਾਂ ਨੂੰ ਪੰਜਾਬ, ਹਿੰਦੁਸਤਾਨ ਜਾਂ ਪੰਜਾਬ ਤੋਂ ਬਾਹਰ ਵੇਚਣ ਦਾ, ਤਾਂ ਜਾ ਕੇ ਪੰਜਾਬ ਦਾ ਸਰਪੱਖੀ ਸੰਕਟ ਹੈ, ਵਿੱਦਿਆ ਦਾ ਸੰਕਟ ਹੈ, ਸਿਹਤ ਦਾ ਸੰਕਟ ਹੈ, ਕਿਸਾਨੀ ਸੰਕਟ ਹੈ, ਨੌਜਵਾਨਾਂ ਦਾ ਸੰਕਟ ਹੈ, ਇਸ ਇੰਡਸਟਰੀ ਦਾ ਸੰਕਟ ਹੈ, ਇਹ ਸਾਰੇ ਸੰਕਟ ਦਾ ਇੱਕੋ ਇੱਕ ਹੱਲ ਇਹ ਹੈਗੀ ਹੈ ਕਿ ਪੰਜਾਬ ਨੂੰ ਖੁਦ ਮੁਖਤਿਆਰੀ ਮਿਲੇ। ਅਸੀਂ ਆਪਣੇ ਪੰਜਾਬ ਨੂੰ ਵਧੀਆ ਚਲਾ ਸਕਦੇ ਹਾਂ, ਅਕਲਮੰਦੀ ਨਾਲ ਚਲਾ ਸਕਦੇ ਹਾਂ, ਆਪਣੀਆਂ ਲੋੜਾਂ ਮੁਤਾਬਕ ਚਲਾ ਸਕਦੇ ਹਾਂ, ਔਰ ਇਹ ਸਾਰਾ ਕੁਝ ਸਾਨੂੰ ਭਾਰਤੀ ਸੰਘ ਦੇ ਅੰਦਰ ਚਾਹੀਦਾ। ਅਸੀਂ ਕੋਈ ਵੱਖ ਨਹੀਂ ਹੋਣਾ ਚਾਹੁੰਦੇ ਭਾਰਤ ਤੋਂ, ਅਸੀਂ ਭਾਰਤ ਦਾ ਹਿੱਸਾ ਰਹਿਣਾ ਚਾਹੁੰਦੇ ਹਾਂ, ਪਰ ਸਾਨੂੰ ਸਵੈ ਮਾਣ ਨਾਲ ਇੱਕ ਖੁਦ ਮੁਖਤਿਆਰ ਕੌਮ ਦੇ ਤੌਰ ਤੇ ਹਿੰਦੁਸਤਾਨ 'ਚ ਰਹਿਣ ਦਾ ਹੱਕ ਮਿਲਣਾ ਚਾਹੀਦਾ, ਸੰਵਿਧਾਨਕ ਢਾਂਚੇ ਅੰਦਰ, ਫੈਡਰਲ ਢਾਂਚੇ ਅੰਦਰ, ਤਾਂ ਜਾ ਕੇ ਪੰਜਾਬ ਦੀ ਜਿਹੜੀ ਕਾਇਆ ਕਲਪ ਹੈ ਉਹ ਹੋ ਸਕਦੀ ਹੈ, ਇਹ ਬਦਲ ਸਕਦੀ ਹੈ। ਡਾਕਟਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਇੱਕ ਦਿਨ ਦਾ ਸੈਸ਼ਨ ਹੈ, ਜਿਵੇਂ ਵਿਰੋਧੀ ਧਿਰਾਂ ਤੇ ਹੋਰ ਪੋਲੀਟੀਕਲ ਬੰਦਿਆਂ ਦਾ ਵੀ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਕਾਨੂੰਨ ਪਾਸ ਕਰਨ ਕਿ ਰੱਦ ਕਰ ਦੇਵੇ ਨਾ ਆਰਡੀਨੈਂਸ ਨੂੰ ਪੰਜਾਬ ਦੇ ਵਿੱਚ। ਜੇਕਰ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਲੈ ਕੇ ਵੀ ਆਉਂਦੇ ਨੇ ਤਾਂ ਜਿਹੜੀ ਅੰਤਿਮ ਮਨਜ਼ੂਰੀ ਹੋਏਗੀ ਉਹ ਤਾਂ ਰਾਸ਼ਟਰਪਤੀ ਦੀ ਹੋਊਗੀ। ਤੁਹਾਨੂੰ ਕੀ ਲੱਗਦਾ ਰਾਸ਼ਟਰਪਤੀ ਮਨਜ਼ੂਰੀ ਦੇਣਗੇ ਫਿਰ? ਦੇਖੋ, ਚਾਂਸ ਤਾਂ ਬਹੁਤ ਘੱਟ ਹੈਗੇ ਹੈ, ਪਰ ਇਸ ਨਾਲ ਘੱਟੋ ਘੱਟ ਜਿਹੜੀ ਰਾਜਾਂ ਦੇ ਅਧਿਕਾਰਾਂ ਦੀ ਛਾਪਾ ਪੈ ਰਿਹਾ ਔਰ ਜਿਹਨੂੰ ਰੋਕ ਕੋਈ ਨਹੀਂ ਹੈਗੀ ਹੈ, ਜੇ ਪੰਜਾਬ ਦੀ ਤਰ੍ਹਾਂ ਬਾਕੀ ਰਾਜ ਵੀ ਆਪਣੀਆਂ ਵਿਧਾਨ ਸਭਾ ਰਾਹੀਂ ਮਤੇ ਪਾਸ ਕਰਕੇ ਇਹ ਬਿੱਲ ਨੂੰ ਰੱਦ ਕਰਨ, ਤਾਂ ਇਹ ਨਾਲ ਜਿਹੜੀ ਫੈਡਰਲ ਫੋਰਸਿਸ ਹੈਗੀਆਂ, ਜਿਹੜੀਆਂ ਮਤਲਬ ਜਿਹਨੂੰ ਆਪਾਂ ਕਹਿੰਦੇ ਕਿ ਭਾਰਤੀ ਗਣਰਾਜ ਅੰਦਰ ਜੋ ਇੱਕ ਫੈਡਰਲ ਤਾਕਤਾਂ ਹੈਗੀਆਂ, ਉਹਨਾਂ ਨੂੰ ਬਲ ਮਿਲਦਾ ਹੈਗਾ, ਉਹਨਾਂ ਨੂੰ ਤਾਕਤ ਮਿਲਦੀ ਹੈਗੀ ਹੈ ਔਰ ਅੱਗੇ ਆਉਣ ਵਾਲੀ ਲੜਾਈ ਤਕੜੀ ਹੁੰਦੀ ਹੈਗੀ ਹੈ। ਜੇ ਇੱਕ ਰਾਜ ਦੀ ਵਿਧਾਨ ਸਭਾ 2 ਲੱਖ 2.5 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ 117 MLA ਇਹਦਾ ਵਿਰੋਧ ਕਰਦੇ ਹੈਗੇ ਆ, ਤਾਂ ਮੈਂ ਸਮਝਦਾ ਇਹ ਪੋਜ਼ਿਟਿਵ ਪੱਖ ਹੈਗਾ। ਚਾਹੇ ਵਿਰੋਧ ਨੂੰ ਸੰਵਿਧਾਨਕ ਤੌਰ ਤੇ ਬੂਰ ਪਵੇ, ਚਾਹੇ ਨਾ ਪਵੇ, ਚਾਹੇ ਅੱਜ ਪਵੇ, ਚਾਹੇ ਕੱਲ ਪਵੇ, ਰੋਸ ਦਾ ਰੈਜੂਲੇਸ਼ਨ ਵੀ ਹੋਊਗਾ ਔਰ ਇੱਕ ਜੇਕਰ ਹਾਈ ਕੋਰਟ 'ਚ ਜਾਣਾ, ਸੁਪਰੀਮ ਕੋਰਟ 'ਚ ਜਾਣਾ, ਤਾਂ ਇੱਕ ਆਧਾਰ ਵੀ ਬਣੂਗਾ ਕਿ ਪੰਜਾਬ ਦੀ ਵਿਧਾਨ ਸਭਾ ਨੇ ਇਹ ਕਾਨੂੰਨ ਰੱਦ ਕੀਤਾ ਹੈਗਾ ਹੈ ਔਰ ਜਿਹੜੀ ਫੈਡਰਲ ਫੋਰਸਿਸ ਹੈ, ਜਿਹੜਾ ਸੰਘੀ ਢਾਂਚੇ ਨੂੰ ਹਕੀਕੀ ਰੂਪ 'ਚ ਲਾਗੂ ਕਰਨ ਵਾਲੀਆਂ ਤਾਕਤਾਂ, ਉਹਨਾਂ ਨੂੰ ਤਾਕਤ ਮਿਲੂਗੀ ਜੀ। ਡਾਕਟਰ ਸਾਹਿਬ, ਕੇਂਦਰ ਸਰਕਾਰ ਵਜੀਦ ਹੈ ਆਪਣੇ ਫੈਸਲੇ ਤੇ, ਕਿਸਾਨ ਜਥੇਬੰਦੀਆਂ ਨੂੰ ਵੀ ਬੁਲਾਇਆ ਸੀ ਉਹਨਾਂ ਨੇ, ਪਰ ਉੱਥੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸੀ, ਖੇਤੀ ਸਕੱਤਰ ਸੀ ਉੱਥੇ ਸੰਜੇ ਅਗਰਵਾਲ, ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸਾਨੂੰ ਉੱਥੇ ਬੁਲਾ ਕੇ ਸਾਡੇ ਨਾਲ ਬੇਇਨਸਾਫੀ ਕੀਤੀ ਗਈ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਵਜੀਦ ਹੈ, ਪੰਜਾਬ ਸੰਘਰਸ਼ ਵਿੱਚੋਂ ਲੰਘ ਰਿਹਾ, ਕੇਂਦਰ ਸਰਕਾਰ ਦੇ ਰਵੱਈਏ ਤੋਂ ਲੱਗਦਾ ਨਹੀਂ ਕਿ ਉਹ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਕਰੇਗੀ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਹ ਜਿਹੜਾ ਇਹਨੇ ਸੱਦਾ ਦਿੱਤਾ ਸੀਗਾ ਉਹ ਗੈਰ ਸੰਜੀਦਾ ਢੰਗ ਨਾਲ ਸੈਂਟਰ ਸਰਕਾਰ ਨੇ ਉਹਨੂੰ ਨਿਭਾਇਆ ਹੈਗਾ। ਇਹ ਪੋਲੀਟੀਕਲ ਸੱਦਾ ਨਹੀਂ ਸੀ, ਇੱਕ ਐਡਮਿਨਿਸਟ੍ਰੇਟਿਵ ਸੱਦਾ ਸੀਗਾ, ਜਿਹਦੇ ਇਸ ਸੀਗਾ ਕਿ ਕਿਸਾਨਾਂ ਨੂੰ ਗੱਲ ਸਮਝ ਨਹੀਂ, ਇਹਨਾਂ ਗੱਲ ਪੱਲੇ ਪਾਓ, ਵੀ ਬਿਊਰੋਕਰੇਟ ਪੱਲੇ ਪਾਵੇ, ਸਮਝਾਉਣ ਵਾਸਤੇ ਸੀਗਾ ਇੱਕ। ਤੇ ਔਰ ਕਿਸਾਨ ਜਥੇਬੰਦੀਆਂ ਨੇ ਇਸ ਅਕਲਮੰਦੀ ਕੀਤੀ, ਆਪਣੀ ਸਮਝਦਾਰੀ ਦਿਖਾਈ ਹੈ ਕਿ ਕੇਂਦਰ ਨੂੰ ਇਸ ਗੱਲ ਦਾ ਬਹਾਨਾ ਨਹੀਂ ਦਿੱਤਾ
ਦਿੱਤਾ ਕਿ ਕਿਸਾਨ ਤਾਂ ਬਿਲਕੁਲ ਹੂੜ ਮੱਤ ਹੈਗੇ ਆ, ਜਾਂ ਤਾਂ ਕਿਸੇ ਦੀ ਗੱਲ ਮੰਨ ਕੇ ਰਾਜੀ ਨਹੀਂ ਹੈ, ਇਹ ਜਿੱਦੀ ਹੈਗੇ ਆ, ਔਰ ਇਹਨਾਂ ਚਪੇੜ ਸੈਂਟਰ ਦੇ ਮੂੰਹ ਤੇ ਮਾਰ ਦਿੱਤੀ ਹੈਗੀ ਹੈ। ਤੇ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਵੀ ਔਰ ਪੰਜਾਬ ਦੀ ਬੇਇੱਜ਼ਤੀ ਕੀਤੀ ਹੈਗੀ ਹੈ। ਉਹਨਾਂ ਨੂੰ ਇਸ ਗੱਲ ਦਾ ਕੀਮਤ ਤਾਰਨੀ ਪਊਗੀ। ਔਰ ਪੰਜਾਬ ਅਣਖੀ ਪੰਜਾਬ ਹੈਗਾ, ਅਣਖੀ ਪੰਜਾਬ ਨੂੰ ਆਪਣੀ ਮੰਗਾਂ ਦੇ ਡਟੇ ਹੋਏ ਆ। ਅਸੀਂ ਸਾਰੇ ਲੋਕ, ਸਿਆਸੀ ਲੋਕ ਜਿਹੜੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਜੇ ਉਹਦੇ 'ਚ ਨੇਚਾ ਦਾ ਜਾਂ ਉਹ 'ਚ ਕਿੰਨਾ ਨਿਭਦੇ ਹੈਗੇ ਉਹਦੇ 'ਚ ਫਰਕ ਹੋ ਸਕਦਾ ਕਿਸੇ 'ਚ, ਪਰ ਇੱਕ ਗੱਲ ਹੈ ਕਿ ਪੰਜਾਬ ਦੀ ਕਿਸਾਨੀਆਂ ਸਾਰੀ ਪੋਲੀਟੀਕਲ ਕਲਾਸ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਤਕੜਿਆਈ ਨਾਲ, ਕੋਈ ਨਰਮਾਈ ਨਾਲ, ਕੋਈ ਆਪਣੇ ਢੰਗ ਨਾਲ ਖੜੀ ਹੈਗੀ ਹੈ। ਔਰ ਮੈਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਨੂੰ ਇੱਕ ਕੰਮ ਕਰਨਾ ਚਾਹੀਦਾ, ਕਿਸਾਨੀ ਹੱਕ 'ਚ ਖੜਨਾ ਚਾਹੀਦਾ। ਅੱਜ ਮੈਂ ਕਿਸਾਨ ਜਥੇਬੰਦੀ ਨੂੰ ਬੇਨਤੀ ਕਰਦਾ ਕਿ ਇਕੱਲੇ MSP ਨਹੀਂ, ਬਲਕਿ ਜਿਹੜੇ ਦੂਜੇ ਪੰਜਾਬ ਦੇ ਮੁੱਦੇ ਆ, ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਮੁੱਦਾ, ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੀ ਲੁੱਟ ਦਾ ਮੁੱਦਾ, ਪੰਜਾਬ ਦੇ ਬੋਲੀ ਇਲਾਕੇ, ਸਾਡੀ ਰਾਜਧਾਨੀ ਦਾ ਮੁੱਦਾ ਤੇ ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ, ਉਹ ਸਾਰੇ ਮੁੱਦਿਆਂ ਦੀ ਵੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਮਤਲਬ ਕਿਸਾਨ ਭਰਾ MSP ਲੜਾਈ ਲੜ ਰਹੇ ਆ, ਕਿਉਂਕਿ MSP ਦੇ ਵੀ ਦਿੱਤੀ ਜਾਵੇ। ਇੱਕ ਨਾ ਗ੍ਰੇਟਾ ਥੁਨਬਰਗ ਹੈ, ਸਵੀਡਿਸ਼ ਕੁੜੀ ਹੈ, ਜਿਹਨੇ ਪਾਰਲੀਮੈਂਟ ਲੈਕਚਰ ਕੀਤਾ। ਉਹਦਾ ਇੱਕ ਟਵੀਟ ਆਇਆ, ਕਹਿੰਦੀ ਐਵਰੀਬਾਡੀ ਇਜ਼ ਟਾਕਿੰਗ ਅਬਾਊਟ ਰਿਟਰਨਿੰਗ ਟੂ ਨਾਰਮਲ, ਕਿ ਸਾਰੇ ਬੰਦੇ ਕਹਿੰਦੇ ਕਿ ਨਾਰਮਲ ਨੂੰ ਮੁੜ ਕੇ ਵਾਪਸ ਜਾ ਰਹੇ ਆ, ਬਟ ਯੂਰ ਨਾਰਮਲ ਵਾਜ਼ ਆਲਰੇਡੀ ਅ ਕ੍ਰਾਈਸਿਸ। ਪਰ ਤੁਹਾਡਾ ਨਾਰਮਲ ਤਾਂ ਸੰਕਟ ਸੀ ਪਹਿਲਾਂ ਹੀ। ਜੇ ਆਪਾਂ MSP ਆ ਵੀ ਜਾਈਏ, ਜਦੋਂ MSP ਮਿਲਦੀ ਸੀ ਤਾਂ ਕਿ ਨਾ ਕਿਸਾਨ ਖੁਸ਼ ਸੀਗੇ, ਸੰਕਟ ਤਾਂ ਉੱਥੇ ਹੀ ਸੀਗਾ, ਸੰਕਟ ਤਾਂ ਹੁਣ ਵੀ ਉੱਥੇ ਹੀ ਹੈ। ਬਿਲਕੁਲ MSP ਮਿਲਦੀ ਸੀ, ਬਠਿੰਡਾ, ਬਰਨਾਲਾ, ਸੰਗਰੂਰ, ਉੱਥੇ ਖੁਦਕੁਸ਼ੀਆਂ ਹੁੰਦੀਆਂ ਸੀ। ਜੇਕਰ ਸਰਕਾਰ MSP ਦੇ ਵੀ ਦੇਵੇ ਫਿਰ ਕਿਹੜਾ ਕਿਸਾਨੀ ਦਾ ਬਚਾਅ ਹੋਊਗਾ। MSP ਦੇ ਹੁੰਦੇ ਹੁੰਦੇ ਕਿਸਾਨ ਕਰਜ਼ਾਈ ਹੋਏ, MSP ਹੁੰਦੀ ਹੁੰਦੀ ਕਿਸਾਨ ਖੁਦਕੁਸ਼ੀ ਦਾ ਆਪੇ, MSP ਦੇ ਹੁੰਦੇ ਹੁੰਦੇ ਕਿਸਾਨਾਂ ਦੇ ਪੁੱਤਰਾਂ ਨੇ ਬਾਹਰਲੇ ਮੁਲਕਾਂ ਦਾ ਬਹੀਰਾ ਕੱਟ ਕੇ ਜਾਣਾ ਸ਼ੁਰੂ ਕੀਤਾ। MSP ਹੁੰਦੇ ਹੁੰਦੇ ਲੋਕ ਨਿਰਾਸ਼ ਹੋ ਕੇ ਨਸ਼ਿਆਂ 'ਚ ਪਏ ਹੈਗੇ ਆ। ਸੋ MSP ਇਜ਼ ਨਾਟ ਦ ਸੋਲੂਸ਼ਨ। ਸੋਲੂਸ਼ਨ ਹੈ ਪੰਜਾਬ ਦੀ ਸਮੱਸਿਆ ਦਾ ਸਮੁੱਚਾ ਹੱਲ, ਸਮੁੱਚਾ ਹੱਲ। ਉਹ ਵੀ ਸਭ ਨੂੰ ਆਪਾਂ ਨੂੰ ਰਲ ਮਿਲ ਕੇ ਗੱਲ ਕਰਨੀ ਚਾਹੀਦੀ। MSP ਵੀ 23 ਫਸਲਾਂ ਤੇ MSP ਪਰ ਮਿਲਦੀ ਕਿੱਥੇ ਹੈ? ਹੁਣ ਤੁਸੀਂ ਨਰਮੇ ਦਾ ਹਾਲ ਦੇਖ ਲਓ, ਬਿਲਕੁਲ। ਇਸ ਤੋਂ ਪਹਿਲਾਂ ਤੁਸੀਂ ਮੱਕੀ ਦਾ ਹਾਲ ਦੇਖ ਲਓ, 1850 ਰੁਪਏ MSP ਮੁਤਾਬਕ ਰੇਟ ਹੈ, ਪਰ ਚੱਕਿਆ ਕਿੱਥੇ ਗਿਆ? 1200 ਰੁਪਏ। 1200 ਰੁਪਏ। ਇਹ ਤਾਂ ਦੇਖੋ ਇਹਨਾਂ ਨੇ ਬਾਕੀ ਦੇਖੋ, ਆਲੂ ਲਾਇਆ, ਆਲੂ ਸੜਕ ਸੁੱਟਣਾ ਪਿਆ, ਅੰਗੂਰ ਲਾਏ, ਰਾਮਪਰੇ ਫੂਲ ਲੋਕਾਂ ਨੇ ਅੰਗੂਰ ਸੜਕਾਂ ਡੋਲੇ ਹੈਗੇ ਆ। ਜੇ ਕਦੇ ਹੋਰ ਕੋਈ ਫਸਲ ਬੀਜਦੇ ਹੈਗੇ ਤਾਂ ਸੜਕਾਂ ਡੋਲਣੀ ਪੈਂਦੀ ਹੈ, ਦੁੱਧ ਤੱਕ ਸੜਕਾਂ ਡੋਲਣੇ ਪੈਂਦੇ ਹੈਗੇ। ਸੋ MSP ਉਹ ਵੀ ਸਿਰਫ 3 ਫਸਲਾਂ ਤੇ ਮਿਲਦੀ, 2 ਤੇ ਮਿਲਦੀ ਹੈਗੀ ਪ੍ਰੈਕਟੀਕਲੀ। ਈਵਨ ਬਾਸਮਤੀ ਤੇ ਵੀ MSP ਨਹੀਂ ਮਿਲਦੀ ਹੈਗੀ, ਜਿਹਦੀ ਕਿ ਬਾਹਰਲੇ ਮੁਲਕਾਂ 'ਚ ਬਹੁਤ ਮੰਗ ਹੈਗੀ, ਲੋੜ ਹੈਗੀ ਹੈ। ਤੇ ਕਣਕ, ਝੋਨੇ, ਮੱਕੀ ਤੇ ਨਹੀਂ ਮਿਲਦੀ, ਬਾਕੀ ਕਿਸੇ ਫਸਲ ਤੇ ਨਹੀਂ, ਦਾਲਾਂ ਤੇ ਨਹੀਂ, ਸੂਰਜਮੁਖੀ ਤੇ ਕਿਸੇ MSP ਨਹੀਂ ਮਿਲਦੀ ਹੈਗੀ। ਸੋ ਸਾਰੀ ਫਸਲਾਂ ਦੇ MSP ਮਿਲਣੀ ਚਾਹੀਦੀ ਹੈ। ਔਰ ਸਾਨੂੰ ਜਿਹੜੀ ਅੰਤਰਰਾਸ਼ਟਰੀ ਵਪਾਰ ਹੈ, ਸਾਨੂੰ ਸੜਕੀ ਰੂਟ ਰਸਤੇ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਰਾਹੀਂ ਗਵਾਦਰ ਸੀ ਪੋਰਟ ਤੇ ਪਹੁੰਚ ਕੇ, ਚਾਹੇ ਅਸੀਂ ਕਰੀਏ ਵਪਾਰ ਸੈਂਟਰਲ ਏਸ਼ੀਆ ਨਾਲ, ਚਾਹੇ ਅਸੀਂ ਵਪਾਰ ਕਰੀਏ ਮਿਡਲ ਈਸਟ ਨਾਲ, ਇਹ ਪੰਜਾਬ ਨੂੰ ਸੰਘੀ ਹੱਕਾਂ ਦੇ ਮਿਲਣਾ ਚਾਹੀਦਾ। ਪੰਜਾਬ ਦੀ ਖੁਸ਼ਹਾਲੀ ਦਾ ਇੱਕ ਰਸਤਾ ਇਸ ਰਸਤੇ ਤੋਂ ਨਿਕਲਦਾ, ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਜੇਕਰ ਸਰਕਾਰ ਆਪਣੇ ਇਸ ਵਜੀਦ ਫੈਸਲੇ ਤੋਂ ਵਾਪਸ ਨਹੀਂ ਹੁੰਦੀ ਤਾਂ ਫਿਰ ਪੰਜਾਬ ਦੇ ਸੰਘਰਸ਼ ਨੇ ਜੋ ਪੰਜਾਬ ਦੀ ਹੋਣੀ, ਕਿਉਂਕਿ ਇਹ ਲੜਾਈ ਕੋਈ, ਜਿਵੇਂ ਤੁਸੀਂ ਗੱਲ ਕੀਤੀ, ਪੰਜਾਬ ਦੀ MSP ਦੀ ਲੜਾਈ ਨਹੀਂ ਹੈ, ਪੰਜਾਬ ਦੀ ਹੋਣ ਦੀ ਲੜਾਈ ਹੈ, ਪੰਜਾਬ ਦੀ ਹੋਣੀ ਦੀ ਲੜਾਈ ਹੈ। ਬਿਲਕੁਲ। ਜੇਕਰ ਸਰਕਾਰ ਵਾਪਸ ਨਹੀਂ ਕਰਦੀ ਆਪਣੇ ਕਾਨੂੰਨਾਂ ਨੂੰ ਤਾਂ ਫਿਰ ਅੱਗੇ ਕੀ ਰਾਹ ਬਚਦਾ? ਦੇਖੋ, ਰਾਹ ਤਾਂ ਸ਼ਾਂਤੀਪੂਰਨ ਸੰਘਰਸ਼ ਦਾ ਹੀ ਬਚਦਾ ਹੈਗਾ। ਮੈਂ ਕਿਤੇ ਹੀ ਮਤਲਬ ਹਿੰਸਾ ਦੇ ਹੱਕ 'ਚ ਨਹੀਂ ਹੈਗਾ। ਪੰਜਾਬ ਨੇ ਹਿੰਸਾ ਦਾ ਦੌਰ ਬਹੁਤ ਭੈੜਾ ਹੰਢਾਇਆ ਹੈਗਾ, ਜਿਸ ਪੰਜਾਬ ਸਮਾਜਿਕ ਪੱਖੋਂ ਵੀ, ਆਰਥਿਕ ਪੱਖੋਂ ਵੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈਗਾ, ਪੰਜਾਬ ਦੇ ਭਾਈਚਾਰਿਆਂ ਦਾ ਨੁਕਸਾਨ ਹੋਇਆ ਹੈਗਾ। ਉਸ ਤੋਂ ਬਾਅਦ ਪੰਜਾਬ ਹੁਣ ਤੱਕ ਪੈਰਾਂ ਤੇ ਨਹੀਂ ਖੜਾ ਹੋ ਸਕਿਆ ਹੈਗਾ। ਔਰ ਭਾਰਤੀ ਸੰਘ ਪੰਜਾਬੀਆਂ ਨੂੰ ਦੁਨੀਆ ਪੱਧਰ ਤੇ ਵੀ ਤੇ ਦੇਸ਼ ਪੱਧਰ ਤੇ ਵੀ ਬਦਨਾਮ ਕਰਨ 'ਚ ਕਾਮਯਾਬ ਹੋਇਆ ਹੈਗਾ। ਸਾਨੂੰ ਇਹ ਮੌਕਾ ਬਿਲਕੁਲ ਨਹੀਂ ਦੇਣਾ ਚਾਹੀਦਾ। ਪੰਜਾਬੀਆਂ ਨੂੰ ਬਤੌਰ ਪੰਜਾਬੀ ਕੌਮ ਉੱਠਣਾ ਚਾਹੀਦਾ। ਪੰਜਾਬੀ ਹਿੰਦੂਆਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਉਹਨਾਂ ਦੇ ਹਿੱਤ ਪੰਜਾਬ ਵਿੱਚ ਹੈਗੇ ਆ, ਉਹਨਾਂ ਦੇ ਹਿੱਤ ਪੰਜਾਬ ਤੋਂ ਬਾਹਰ ਨਹੀਂ ਹੈਗੇ ਆ। ਉਹਨਾਂ ਵਾਸਤੇ ਜਿਵੇਂ ਪਹਿਲਾਂ ਚੱਲਦਾ ਰਿਹਾ ਕਿ ਕਦੇ ਇੰਦਰਾ ਗਾਂਧੀ ਚੰਡੀ ਮਾਤਾ ਤੇ ਕਦੇ ਮੋਦੀ ਉਹਨਾਂ ਦਾ ਰਾਖਾ ਹੈਗਾ, ਇਹ ਜਿਹੜਾ ਸੰਕਲਪ ਹੈ ਗਲਤ ਹੈਗਾ ਹੈ। ਸਾਡਾ ਹਿੰਦੂਆਂ ਸਿੱਖਾਂ ਦਾ ਜੀਣਾ, ਮਰਨਾ, ਜੰਮਣਾ, ਮਰਨਾ, ਸਾਡੀ ਹੋਣੀ, ਸਾਡੀ ਹੋਂਦ, ਸਾਡਾ ਭਵਿੱਖ ਸਾਂਝਾ ਹੈਗਾ ਹੈ ਔਰ ਸਾਂਝਾ ਰਿਹਾ ਹੈਗਾ ਹੈ। ਪੰਜਾਬ ਨੇ ਸਾਂਝੇ ਤੌਰ ਤੇ ਰਾਜ ਕੀਤਾ ਹੈਗਾ। ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖ ਤਾਂ 18% ਸੀਗੇ, ਬਾਕੀ ਮੁਸਲਮਾਨ ਸੀਗੇ 40%, ਬਾਕੀ ਹਿੰਦੂ ਸੀਗੇ, ਬਾਕੀ ਕੌਮਾਂ ਸੀਗੀਆਂ। ਸੋ ਪਰ ਰਾਜ ਪੰਜਾਬੀਆਂ ਦਾ ਸੀਗਾ। ਸੋ ਆਪਾਂ ਨੂੰ ਉਹ ਪੰਜਾਬੀਅਤ ਦੀ ਉਹ ਭਾਵਨਾ ਉਹ ਆਪਣੇ ਆਪ 'ਚ ਲਿਆਉਣੀ ਪੈਣੀ ਹੈ। ਪੰਜਾਬੀ ਸਵੈਮਾਨ, ਹਰ ਪੰਜਾਬੀ ਨੂੰ ਉਹਦੇ ਨਾਲ ਸਿਰ ਉੱਚਾ ਚੁੱਕਣਾ ਚਾਹੀਦਾ ਔਰ ਕੇਂਦਰ ਕੋਲੋਂ ਆਪਣੇ ਹੱਕ ਲੈਣੇ ਚਾਹੀਦੇ ਹੈ। ਉਹਨਾਂ ਵਾਸਤੇ ਹਿੰਦੂਆਂ, ਸਿੱਖਾਂ, ਦਲਿਤਾਂ ਨੂੰ ਔਰ ਬਾਕੀ ਜਾਤਾਂ ਨੂੰ, ਬਾਕੀ ਧਰਮਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਬਤੌਰ ਪੰਜਾਬੀ ਖੜੇ ਹੋਣਾ ਚਾਹੀਦਾ ਹੈਗਾ, ਤਾਂ ਕਿ ਅਸੀਂ ਆਪਣੇ ਖਿੱਤੇ ਨਾਲ, ਆਪਣੇ ਪੰਜਾਬ ਨਾਲ ਆਪਣੀ ਵਫਾ ਹੈਗੀ ਹੈ ਉਹ ਨਿਭਾ ਸਕੀਏ। ਔਰ ਜਿਹੜੇ ਕੇਂਦਰ ਦੀਆਂ ਚਾਲਾਂ ਹੈਗੀਆਂ ਪੰਜਾਬ ਨੂੰ, ਚਾਹੇ ਕਾਂਗਰਸ ਰਹੀ ਹੋਵੇ, ਚਾਹੇ ਭਾਜਪਾ ਹੈਗੀ ਹੈ, ਹਿੰਦੂ ਸਿੱਖ ਦੇ ਨਾਂ 'ਤੇ ਖਾਲਿਸਤਾਨ ਬਣਨਾ ਨਹੀਂ ਬਣਨਾ, ਇਸ ਨੈਰੇਟਿਵ 'ਤੇ
ਹਿੰਦੂ ਸਿੱਖ ਦਾ ਨਰੇਟਿਵ, ਉਹਨਾਂ ਦਾ ਪਤਾ ਹਿੱਤ ਕੀ ਹੈ ਕਿ ਪੰਜਾਬ ਦਾ ਨਰੇਟਿਵ ਲਗਾਤਾਰ ਹਿੰਦੂ ਸਿੱਖ ਨਰੇਟਿਵ ਬਣਿਆ ਰਹੇ, ਖਾਲਿਸਤਾਨ ਬਣ ਰਿਹਾ ਨਹੀਂ ਬਣ ਰਿਹਾ 2020 ਇਹ ਨਰੇਟਿਵ ਬਣਿਆ ਰਹੇ, ਡਿਵਾਈਡ ਹੋ ਕੇ ਚੱਲਣਾ, ਕਿਉਂਕਿ ਉਹ ਹਿੰਦੂਆਂ ਵਿੱਚ ਹਮੇਸ਼ਾ ਅਸੁਰੱਖਿਆ ਦੀ ਭਾਵਨਾ ਪੈਦਾ ਕਰਕੇ ਰੱਖਣਾ ਚਾਹੁੰਦੇ ਹੈਗੇ। ਇੱਕ ਡਰਿਆ ਹੋਇਆ ਹਿੰਦੂ ਕਿਹਦੀ ਗੋਦੀ ਪਊਗਾ, ਜਾਂ ਭਾਜਪਾ ਦੀ ਗੋਦੀ ਪਊਗਾ ਜਾਂ ਉਹ ਕਾਂਗਰਸ ਦੀ ਗੋਦੀ ਬੈਠੇਗਾ ਜੀ। ਬਿਲਕੁਲ। ਤੇ ਇਸ ਕਰਕੇ ਹਿੰਦੂਆਂ ਨੂੰ ਡਰਾ ਕੇ ਰੱਖਣਾ, ਚਾਹੇ ਉਹ ਘਟਨਾਵਾਂ ਨਾਲ, ਚਾਹੇ ਉਹ ਬਿਆਨਾਂ ਨਾਲ, ਚਾਹੇ ਉਹ ਹੋਰ ਤਰੀਕੇ ਨਾਲ, ਇਹ ਸੈਂਟਰ ਦੇ ਹਿੱਤ ਵਿੱਚ ਹੈ, ਇਹ ਪੰਜਾਬ ਦੁਖੀ ਧਿਰਾਂ ਦੇ ਹਿੱਤ ਵਿੱਚ ਹੈ। ਪੰਜਾਬ ਦਾ ਹਿੱਤ ਇਸ ਗੱਲ 'ਚ ਹੈ ਕਿ ਹਿੰਦੂ ਸਿੱਖ ਦਲਿਤ ਸਾਰੇ ਜਿਹੜੀਆਂ ਜਿਹੜੇ ਮਤਲਬ ਧਰਮ ਨੇ ਜਾਂ ਜਾਤਾਂ ਪਾਤਾਂ ਨੇ, ਆਪਾਂ ਉਹ ਤੋਂ ਉੱਠ ਕੇ ਇੱਕ ਪੰਜਾਬੀ ਜੋ ਐਂਟੀਟੀ ਹੈਗੀ ਹੈ, ਪੰਜਾਬੀ ਆਇਡੈਂਟੀਟੀ ਹੈ, ਉਹਦੇ ਦੁਆਲੇ ਇਕੱਠੇ ਹੋ ਗਏ, ਪੰਜਾਬੀ ਸਵੈਮਾਨ, ਪੰਜਾਬੀ ਜਿਹੜਾ ਵਿਰਸਾ ਅਣਖ ਹੈ ਉਹਦੇ ਦੁਆਲੇ ਇਕੱਠੇ ਹੋਈਏ, ਤਾਂ ਜੋ ਅਸੀਂ ਕੇਂਦਰ ਕੋਲੋਂ ਆਪਣੇ ਸ਼ਾਂਤਮਈ ਸੰਘਰਸ਼ਾਂ ਨਾਲ ਇਹ ਜਿਹੜਾ ਆਪਣਾ ਟੀਚਾ ਹੈਗਾ ਪੰਜਾਬ ਦੀ ਮੰਗਾਂ ਦਾ ਉਹ ਪੂਰਾ ਕਰ ਸਕੀਏ। ਡਾਕਟਰ ਸਾਹਿਬ, ਜੋ ਇਹ ਪੋਲੀਟੀਕਲ ਏਜੰਡੇ ਨੇ ਤੁਸੀਂ ਗੱਲ ਕੀਤੀ ਕਿ ਡਰਾਉਣਾ ਚਾਹੁੰਦੇ ਨੇ ਇੱਕ ਧਿਰ ਨੂੰ ਤੇ ਫਿਰ ਉਹਦੀ ਵੋਟ ਹਾਸਲ ਕਰਨਾ ਚਾਹੁੰਦੇ ਨੇ, ਤਾਂ ਫਿਰ ਇਹ ਲੋਕ ਇਹਨੂੰ ਸਮਝਣ ਕਿਵੇਂ ਇਸ ਸਿਆਸੀ ਪੂਰੇ ਵਰਤਾਰੇ ਨੂੰ? ਦੇਖੋ, ਸਮਝਦਾ ਇਹੀ ਹੈ ਕਿ ਜਦੋਂ ਆਹ ਪੰਜਾਬ ਵਿੱਚ UAPA ਦੇ ਨਾਂ 2020 ਦੇ ਨਾਂ ਤੇ ਜਿਹਦੀ ਪੰਜਾਬ 'ਚ ਕੋਈ ਸਿਆਸੀ ਚਰਚਾ ਨਹੀਂ ਸੀ, ਕੋਈ ਸਿਆਸੀ ਹਲਚਲ, ਤੁਸੀਂ ਵੀ ਜਾਣਦੇ, ਅਸੀਂ ਵੀ ਇੱਥੇ ਰਹਿੰਦੇ ਹਾਂ, ਪੰਜਾਬ 'ਚ ਕੋਈ ਸਿਆਸੀ ਹਲਚਲ ਨਹੀਂ ਸੀਗੀ 2020 ਦੇ ਨਾਂ ਤੇ, ਨਾ ਕੋਈ ਚਰਚਾ ਸੀਗੀ, ਨਾ ਕੋਈ ਸੰਵਾਦ ਸੀਗਾ, ਤੇ ਉਹਦੀ ਬਹਾਨੇ ਹੇਠ ਜਦੋਂ ਪੰਜਾਬ 14 ਨੌਜਵਾਨਾਂ ਨੂੰ ਮਤਲਬ UAPA ਤਹਿਤ ਫੜਿਆ ਗਿਆ ਔਰ ਝੂਠੇ ਕੇਸ ਪਾਏ ਗਏ, ਤਾਂ ਮੈਂ ਤੇ ਖਹਿਰਾ ਸਾਹਿਬ ਤੇ ਅਸੀਂ ਹੋਰ ਕੁਝ MLA ਨੇ ਰਲ ਕੇ ਸਾਰੇ ਪੰਜਾਬ ਦਾ ਦੌਰਾ ਕੀਤਾ, ਉਹਨਾਂ ਪਿੰਡਾਂ 'ਚ ਗਏ, ਜਨਤਕ ਸੁਣਵਾਈਆਂ ਕੀਤੀਆਂ ਔਰ ਉਹਦਾ ਵਿਰੋਧ ਕੀਤਾ ਹੈਗਾ। ਹਰ ਇੱਕ ਪੰਜਾਬੀ ਨੂੰ ਬਤੌਰ ਪੰਜਾਬੀ ਉਹਨਾਂ ਸਾਰੀਆਂ ਤਾਕਤਾਂ ਦਾ ਜਿਹੜੀਆਂ ਪੰਜਾਬੀ ਕੌਮ ਨੂੰ ਪਾਲਣਾ ਚਾਹੁੰਦੀਆਂ ਨੇ ਜਾਂ ਉਹਨਾਂ 'ਚ ਵਿਤਕਰੇ ਪੈਦਾ ਕਰਨੀਆਂ ਚਾਹੁੰਦੇ ਨੇ, ਭੁਲੇਖੇ ਭੁਲੇਖੇ ਤੇ ਉਹਨਾਂ 'ਚ ਇੱਕ ਕਿਸਮ ਦੀ ਇੱਕ ਭੁਲੇਖੇ ਖੜੇ ਕਰਕੇ ਉਹਨਾਂ ਦੀ ਏਕੇ ਨੂੰ ਤੋੜਨਾ ਚਾਹੁੰਦੀਆਂ ਨੇ, ਇਹ ਜਿਹੀਆਂ ਤਾਕਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਔਰ ਸਾਰੇ ਪੰਜਾਬੀਆਂ ਨੂੰ ਬਤੌਰ ਕੌਮ ਖੜੇ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ, ਇੱਕ ਫਰੰਟ ਲਾਈਨ ਮੈਗਜ਼ੀਨ ਦੀ ਉਹਨਾਂ ਨੇ ਇੱਕ ਸਟੋਰੀ ਛਾਪੀ ਹੈ, ਉਹਨਾਂ ਦਾ ਕਹਿਣਾ ਕਿ RSS ਤੇ BJP ਦੇ ਹਵਾਲੇ ਦੇ ਨਾਲ ਉਹਨਾਂ ਦਾ ਕਹਿਣਾ ਕਿ BJP ਸਰਕਾਰ ਨੂੰ ਐਂ ਲੱਗਦਾ ਸੀ ਕਿ ਖੇਤੀ ਦੇ ਜੋ ਇਹ ਆਰਡੀਨੈਂਸ ਨੇ, ਜੋ ਕਾਨੂੰਨ ਬਣ ਗਏ ਨੇ ਹੁਣ, ਇਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਹਨਾਂ ਵਿਰੋਧ ਨਹੀਂ ਹੋਵੇਗਾ, ਕਿਉਂਕਿ ਬਾਬਰੀ ਮਸਜਿਦ ਹੋ ਗਿਆ, GST ਦਾ ਮਸਲਾ ਹੋ ਗਿਆ, ਉਹ ਆਪਣਾ ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣਾ ਹੋ ਗਿਆ, ਉਹਨਾਂ ਨੂੰ ਐਂ ਸੀ ਵੀ ਇਹ ਮਸਲੇ ਵਿੱਚ ਚੁੱਪ ਚਪੀਤੇ ਪਾਸ ਹੋ ਜਾਣਗੇ, ਇਹਨਾਂ ਵਿਰੋਧ ਨਹੀਂ ਹੋਵੇਗਾ। ਦੇਖੋ, ਇਸ ਗੱਲੋਂ BJP ਨੂੰ ਪਤਾ ਨਹੀਂ ਹੈਗਾ ਕਿ ਪੰਜਾਬੀ ਕਿਸ ਮਿੱਟੀ ਦੇ ਬਣੇ ਹੋਏ ਹੈਗੇ, ਪੰਜਾਬ ਦਾ ਕੀ ਅਣਖੀ ਵਿਰਸਾ ਰਿਹਾ ਹੈਗਾ, ਪੰਜਾਬ ਦੀ ਵਿਰਾਸਤ ਕੀ ਰਹੀ ਹੈਗੀ ਹੈ। ਪੰਜਾਬ ਹਮੇਸ਼ਾ ਯੋਧਿਆਂ ਦੀ ਲੜਾਕਿਆਂ ਦੀ ਧਰਤੀ ਰਹੀ ਹੈ, ਚਾਹੇ ਉਹ ਗਦਰੀ ਬਾਬੇ ਹੋਣ, ਚਾਹੇ ਭਗਤ ਸਰਾਭੇ ਹੋਣ, ਚਾਹੇ ਉਹ ਬੱਬਰ ਅਕਾਲੀ ਲਹਿਰ ਹੋਵੇ, ਚਾਹੇ ਉਹ ਕੂਕਾ ਲਹਿਰ ਹੋਵੇ, ਚਾਹੇ ਗੁਰਦੁਆਰਾ ਸੁਧਾਰ ਲਹਿਰ ਹੋਵੇ, ਪੰਜਾਬ ਚਾਹੇ ਅੰਗਰੇਜ਼ਾਂ ਦੇ ਪੰਜਾਬ ਸਭ ਤੋਂ ਅਖੀਰ 'ਚ ਕਾਬੂ ਆਇਆ, ਜਦ ਕਿ ਸਾਰਾ ਹਿੰਦੁਸਤਾਨ ਪਹਿਲਾਂ ਅੰਗਰੇਜ਼ਾਂ ਮੂਹਰੇ ਲਿਟ ਗਿਆ ਸੀਗਾ, ਸਭ ਤੋਂ ਅਖੀਰ 'ਚ ਪੰਜਾਬ ਕਾਬੂ ਕੀਤਾ ਉਹਨਾਂ ਨੇ, ਸਭ ਤੋਂ ਅਖੀਰ ਵਿੱਚ। ਇਸ ਗੱਲ ਦਾ ਗਵਾਹ ਔਰ ਪੰਜਾਬ ਨੇ ਕਿੰਨੇ ਜਿਹੜੇ ਧਾੜਵੀ ਸੀ ਉਹਨਾਂ ਦੇ ਹਮਲੇ ਸਹੇ ਨੇ, ਔਰ ਪੰਜਾਬ ਉਹ ਧਰਤੀ ਹੈ ਜਿੱਥੇ ਬਾਬੇ ਨਾਨਕ ਨੇ ਅੱਜ ਤੋਂ 500-600 ਸਾਲ ਪਹਿਲਾਂ ਕਿਹਾ ਸੀ ਕਿ ਪਾਪ ਦੀ ਜਨ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਜਿਹੜਾ ਵਿਦੇਸ਼ਾਂ ਦੀ ਧਰਤੀ ਤੋਂ ਆਇਆ ਸੀ। ਇਹ ਤਾਂ ਹੈ ਹੀ ਦਿੱਲੀ ਦੀ ਧਰਤੀ ਹੈਗੀ ਹੈ ਪੰਜਾਬ, ਉਹ ਧਰਤੀ ਹੈ ਜਿੱਥੇ ਬਾਬੇ ਨਾਨਕ ਨੇ ਕਿਹਾ ਸੀ ਰਾਜੇ ਸ਼ੀ ਮੁਕੱਦਮ ਕੁੱਤੇ, ਇਹ ਜੁਰਤ ਕੀਤੀ ਜਾਇਜ਼ ਗਾਇਣ ਬੈਠੇ ਸੁੱਤੇ। ਇਹ ਤਾਂ ਚੀਜ਼ ਹੀ ਕੀ ਨੇ, ਪੰਜਾਬ ਲੜੂਗਾ, ਬਿਲਕੁਲ ਸੰਘਰਸ਼ਮਈ ਲੜੂਗਾ, ਸ਼ਾਂਤਮਈ ਲੜੂਗਾ, ਆਪਣੇ ਹੱਕਾਂ ਦੀ ਪ੍ਰਾਪਤੀ ਕਰੂਗਾ, ਇਹ ਮੈਨੂੰ ਪੱਕਾ ਨਿਸ਼ਚਾ ਹੈਗਾ ਜੀ। ਜੋ ਇਹ ਮਾਡਲ ਥੋਪਣਾ ਚਾਹੁੰਦੇ ਨੇ ਪੰਜਾਬ ਦੇ ਉੱਤੇ, ਖੇਤੀ ਦੇ ਉੱਤੇ, ਇਹ ਕਈ ਦੇਸ਼ਾਂ ਦਾ ਫਲॉप ਮਾਡਲ ਹੈ। ਬਿਲਕੁਲ। ਤੇ ਇਸ ਕਰਕੇ ਵੀ ਕਿਸਾਨ ਜਥੇਬੰਦੀਆਂ ਦੇ ਵਿੱਚ ਡਰ ਪਾਇਆ ਜਾ ਰਿਹਾ ਕਿ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟ ਘਰਾਣੇ ਦੇਣਗੇ। ਅਕਤੂਬਰ 2017 ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਇਹ ਗੱਲ ਚੱਲੀ ਸੀ ਕਿ ਖੇਤੀ ਦੀ ਗਰੋਥ ਦੇ ਵਿੱਚ ਖੜੋਤ ਆ ਗਈ ਹੈ, ਇਹਨੂੰ ਤੋੜਨ ਦੇ ਲਈ ਇਹਦੇ ਵਿੱਚ ਇਨਵੈਸਟ ਕਰਨਾ ਜ਼ਰੂਰੀ ਹੈ। ਕਿਸਾਨੀ ਕੋਲ ਪੈਸਾ ਨਹੀਂ ਕਿ ਉਹ ਇਨਵੈਸਟ ਕਰ ਸਕੇ, ਇਹਦੇ ਲਈ ਕਾਰਪੋਰੇਟ ਘਰਾਣੇ ਇਨਵੈਸਟ ਕਰਨਗੇ। ਉੱਥੋਂ ਗੱਲ ਚੱਲੀ ਹੈ, ਬਹਾਨੇਬਾਜ਼ੀ ਹੈ। ਕਾਰਪੋਰੇਟ ਘਰਾਣਿਆਂ ਨੇ ਪਿਛਲੇ 5 ਸਾਲ ਹਿੰਦੁਸਤਾਨ ਦੀ ਇੰਡਸਟਰੀ 'ਚ ਕਿੰਨਾ ਇਨਵੈਸਟ ਕੀਤਾ ਪਤਾ ਕਰੋ। ਕਿਆ ਟਾਟੇ, ਕਿਆ ਅੰਬਾਨੀ, ਕਿਆ ਅਡਾਨੀ ਸਭ ਨੇ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਇਨਵੈਸਟ ਕੀਤਾ ਹੈਗਾ। ਜੇ ਲੈ ਕੇ ਪੈਸਾ ਲੈ ਕੇ ਨੰਬਰ 2 ਜਿਹੜੇ ਫਲॉप ਮਾਡਲ ਹੈ, ਅਮਰੀਕਾ ਦਾ ਫਲॉप ਮਾਡਲ ਹੈ, ਸਾਰੇ ਯੂਰਪ ਦਾ ਫਲॉप ਮਾਡਲ ਹੈ, ਈਵਨ ਹਿੰਦੁਸਤਾਨ ਦੇ ਬਿਹਾਰ ਦਾ ਫਲॉप ਮਾਡਲ ਹੈਗਾ। ਬਿਹਾਰ 'ਚ ਵੀ ਲੈ ਕੇ ਆਏ ਸੀ ਸਨ 1906 ਵਿੱਚ ਇਹੀ ਖੇਤੀਬਾੜੀ ਦਾ ਮਾਡਲ, ਉੱਥੇ ਫਲॉप ਮਾਡਲ ਹੈਗਾ। ਡਾਕਟਰ ਸਾਹਿਬ, ਤੁਸੀਂ ਇਹ ਥੋੜਾ ਦੱਸੋਗੇ ਵਿਸਥਾਰ ਨਾਲ ਸਾਡੇ ਦਰਸ਼ਕਾਂ ਨੂੰ? 1906 ਬਿਹਾਰ ਦੇ ਵਿੱਚ ਲੈ ਕੇ ਆਏ ਸੀ, ਉੱਥੇ ਇਹ ਸੀਗਾ ਕਿ ਤੁਹਾਨੂੰ ਮਤਲਬ ਖੁੱਲੀਆਂ ਕੀਮਤਾਂ ਮਿਲਣਗੀਆਂ, ਤੁਸੀਂ ਜਿੱਥੇ ਮਰਜ਼ੀ ਵੇਚੋ, ਤੇ ਉੱਥੇ ਜਿਹੜੀ ਮਤਲਬ ਤੁਹਾਨੂੰ ਮਤਲਬ ਕੋਈ ਬੰਦੇਜ ਨਹੀਂ ਹੋਊਗਾ। ਤੇ ਉੱਥੇ ਹਾਲਤ ਇਹ ਹੈ ਕਿ ਬਿਹਾਰ ਦਾ ਜਿਹੜੇ 5-5 ਕਿੱਲੇ ਵਾਲੇ ਕਿਸਾਨ ਹੈਗੇ ਆ, ਉਹ ਪੰਜਾਬ ਜਾ ਕੇ ਮਜ਼ਦੂਰੀ ਕਰ ਰਹੇ ਨੇ। ਇਹ 2006 ਦੇ ਵਿੱਚ ਜਦੋਂ ਬਿਹਾਰ ਦਾ ਮੰਡੀ ਬੋਰਡ ਭੰਗ ਕੀਤਾ ਸੀ, ਜੋ ਮੰਡੀ, ਇਸ ਤਰ੍ਹਾਂ ਹੀ ਮੈਂ ਮੰਡੀ ਬੋਰਡ ਦੀ ਗੱਲ ਕੀਤੀ ਹੈ। ਮੰਡੀਕਰਨ
ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀ ਭਾਰਤੀ ਸੰਵਿਧਾਨ ਦੀ ਜਿਹੜੀ ਰਾਜਾਂ ਦੀ ਸੂਚੀ ਹੈ ਉਹਦੀ ਮੱਦ ਨੰਬਰ 28 ਵਿੱਚ ਮੰਡੀਕਰਨ ਤੇ ਮੇਲੇ ਇਹ ਰਾਜਾਂ ਦਾ ਵਿਸ਼ਾ ਹੈਗੀ ਹੈ। ਸਾਨੂੰ 4000 ਕਰੋੜ ਦੀ ਆਮਦਨ ਹੁੰਦੀ ਸੀਗੀ, ਉਹਦੇ 'ਚ ਮੰਡੀਆਂ ਦੇ ਨੈਟਵਰਕ ਬਣਦਾ ਸੀ, ਮੰਡੀਆਂ ਦੇ ਫੜ ਬਣਦੇ ਸੀ, ਮੰਡੀਆਂ 'ਚ ਸ਼ੈੱਡ ਪੈਂਦੇ ਸੀ, ਕਿਸਾਨਾਂ ਨੂੰ ਸਹੂਲਤਾਂ ਮਿਲਦੀਆਂ ਸੀ, ਪਿੰਡਾਂ ਸੜਕਾਂ ਬਣਦੀਆਂ ਸੀਗੀਆਂ, ਉਹ ਸਾਰਾ ਸਾਡੇ ਕੋਲ ਖੋਲਿਆ ਗਿਆ, ਜਿਸ ਕਰਕੇ ਰਾਜਾਂ ਦੇ ਅਧਿਕਾਰ ਤੇ ਇੱਕ ਛਾਪਾ ਵੀ ਹੈਗਾ ਹੈ। ਦੂਜਾ ਕਿਸਾਨੀ ਨੂੰ ਕਾਰਪੋਰੇਟ ਹੱਥਾਂ ਸੌਂਪਣ ਦੀ ਜਾਂ ਉਹਦੀ ਝੋਲੀ ਪਾਉਣ ਦੀ ਇੱਕ ਕਵਾਇਦ ਵੀ ਹੈਗੀ ਹੈ। ਤੀਜਾ ਪੰਜਾਬ ਦਾ ਜਿਹੜਾ ਖੇਤੀ ਨਾਲ ਜੁੜ ਕੇ ਸਵੈ ਮਾਣ ਹੈਗਾ, ਪੰਜਾਬ ਦਾ ਖੇਤੀ ਨਾਲ ਜੁੜ ਕੇ ਜੋ ਸਵੈ ਮਾਣ ਹੈ ਉਹਨੂੰ ਮਾਰਨ ਦੀ ਵੀ ਕੋਸ਼ਿਸ਼ ਹੈਗੀ ਹੈ। ਜਿਵੇਂ ਡਾਕਟਰ ਸਾਹਿਬ ਕਰੋਨਾ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਜੋ ਮਤਲਬ ਸ਼ਹਿਰੀ ਸੀ ਕਾਫੀ ਟਾਈਮ ਤੋਂ ਸ਼ਹਿਰ ਦੇ ਵਸ ਰਹੇ ਸੀ, ਉਹ ਵੀ ਪਿੰਡਾਂ ਦੇ ਵਿੱਚ ਵਾਪਸੀ ਕਰ ਗਏ, ਕਿਉਂਕਿ ਦੇਖੋ ਆਪਣੀ ਖੇਤੀ ਦੇ ਨਾਲ ਜ਼ਮੀਨ ਦੇ ਨਾਲ ਪਿੰਡ ਦੀ ਹੋਂਦ ਜੁੜੀ ਹੋਈ ਹੈ ਤੇ ਪਿੰਡ ਦੀ ਹੋਂਦ ਨਾਲ ਪੰਜਾਬ ਦੀ ਹੋਂਦ ਜੁੜੀ ਹੋਈ ਹੈ। ਜਿਹੜਾ ਇੱਕ ਪੋਜ਼ਿਟਿਵ ਪੱਖ ਸੀ ਪੰਜਾਬ ਦਾ, ਇਹਨੂੰ ਵੀ ਇਹ ਮਾਰਨ ਤੇ ਤੁੱਲ ਗਏ। ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹੈਗਾ। ਪੰਜਾਬ ਖੇਤੀਬਾੜੀ ਤੋਂ ਬਗੈਰ ਪੰਜਾਬ ਚਿਤਵਿਆ ਨਹੀਂ ਜਾ ਸਕਦਾ। ਇਹ ਠੀਕ ਹੈ ਕਿ ਖੇਤੀਬਾੜੀ ਨਾਲ ਇਕੱਲੇ ਨਾਲ ਪੰਜਾਬ ਦਾ ਵਿਕਾਸ ਨਹੀਂ ਹੋਣਾ, ਇੰਡਸਟਰੀ ਚਾਹੀਦੀ ਹੈ ਜਿਹੜੀ ਕਿ ਇਹਨਾਂ ਨੇ ਬੜੀ ਪਲਾਨ ਤਹਿਤ ਉਖਾੜ ਕੇ ਪਾਰਾ ਮਾਰੀ ਹੈਗੀ ਹੈ। ਸਾਡੇ ਗੁਆਂਢੀ ਰਾਜਾਂ ਨੂੰ, ਉੱਤਰਾਖੰਡ ਨੂੰ, ਹਿਮਾਚਲ ਨੂੰ, ਜੰਮੂ ਕਸ਼ਮੀਰ ਨੂੰ, ਮੈਂ ਕਿਸੇ ਨਾਲ ਈਰਖਾ ਨਹੀਂ ਖਾਂਦਾ, ਤਿੰਨਾਂ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਪੰਜਾਬ ਦਾ 18000 ਮਿਹਨਤ ਨਾਲ ਸਾਰਿਆਂ ਇੰਡਸਟਰੀਅਲ ਯੂਨਿਟ ਇਹਨਾਂ ਰਾਜਾਂ ਸ਼ਿਫਟ ਕਰ ਗਿਆ। ਬੱਦੀ ਦੇਖ ਲਓ ਤੁਸੀਂ, ਬਿਲਕੁਲ ਪ੍ਰਵਾਣੂ ਦੇਖ ਲਓ ਤੁਸੀਂ, ਊਨੇ ਕੋਲ ਮਹਿਤਗੜ੍ਹ ਦੇਖ ਲਓ ਤੁਸੀਂ, ਸਾਰਾ ਪੰਜਾਬ ਦੀ ਇੰਡਸਟਰੀ ਉੱਥੇ ਰਹਿਤਾ ਹੋਣ ਕਰਕੇ ਜਿਹੜੀ ਸੈਂਟਰ ਨੇ ਦਿੱਤੀਆਂ ਰਹਿਤਾ ਪੰਜਾਬ ਦੀ ਇੰਡਸਟਰੀ ਉਜਾੜ ਕੇ ਰੱਖਤੀ। ਪੰਜਾਬ ਦੇ ਤਾਂ ਹੀ ਤਾਂ ਜਿਹੜੇ ਪੰਜਾਬ 'ਚ ਨਸ਼ੇ ਵਧੇ ਹੈਗੇ ਉਹਦਾ ਇੱਕ ਕਾਰਨ ਇਹ ਵੀ ਹੈਗਾ ਹੈ, ਇੱਕ ਤਾਂ ਸਿਆਸਤਦਾਨਾਂ ਦੀ ਪੁਲਿਸ ਦੀ ਜਿਹੜੀ ਸਹਿਮਤੀ ਸੀਗੀ, ਉਹਨਾਂ ਦਾ ਵਪਾਰ ਦਾ ਕੰਮ ਸੀਗਾ, ਉਹਨਾਂ ਦਾ ਕਾਰੋਬਾਰ ਬਣ ਗਿਆ ਸੀਗਾ, ਤੇ ਦੂਜਾ ਪੰਜਾਬ 'ਚ ਖੇਤੀਬਾੜੀ ਤੋਂ ਬਾਹਰ ਜਿਹੜੇ ਰੁਜ਼ਗਾਰ ਦੇ ਮੌਕੇ ਸੀਗੇ ਉਹ ਇੰਡਸਟਰੀ ਉਜੜਨ ਕਰਕੇ ਉਹ ਖਤਮ ਹੋ ਗਏ, ਜਿਸ ਕਰਕੇ ਨੌਜਵਾਨ ਬਿਆਸੇ ਹੋ ਕੇ, ਨਿਰਾਸ਼ ਹੋ ਕੇ ਨਸ਼ਿਆਂ ਰਾਹ ਪਏ ਨੇ। ਡਾਕਟਰ ਸਾਹਿਬ ਤੁਸੀਂ ਪੰਜਾਬ ਦੀ ਸਿਆਸੀ ਪਾਰਟੀਆਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦੀ ਸਿਆਸੀ ਪਾਰਟੀ ਦੀ ਭੂਮਿਕਾ ਇਹ ਹੈ ਕਿ ਜਿਹੜੀ ਪੰਜਾਬ ਦੀ ਰਵਾਇਤੀ ਪਾਰਟੀ ਸੀ ਅਕਾਲੀ ਦਲ, ਉਹਨੇ ਪਿਛਲੇ 15-20 ਸਾਲ ਤੋਂ ਆਪਣਾ ਸਿਆਸੀ ਏਜੰਡਾ ਜਿਹੜਾ ਕਿ ਰਾਜਾਂ ਦੇ ਵੱਧ ਅਧਿਕਾਰਾਂ ਦਾ ਏਜੰਡਾ ਸੀਗਾ, ਜਿਹੜਾ ਕਿ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਏਜੰਡਾ ਸੀਗਾ, ਜਿਹੜਾ ਕਿ ਅਨੰਦਪੁਰ ਸਾਹਿਬ ਦੇ ਮਤੇ ਵਾਲਾ ਏਜੰਡਾ ਸੀਗਾ, ਜਿਹੜਾ ਕਿ ਬਿਲਕੁਲ ਇਹ ਪੰਜਾਬ ਪੱਖੀ ਮੰਗਾਂ ਦਾ ਏਜੰਡਾ ਸੀਗਾ, ਉਹਨੂੰ ਤਿਆਗ ਕੇ ਇੱਕ ਕੇਂਦਰੀਵਾਦੀ ਹਿੰਦੂ ਰਾਸ਼ਟਰ ਨੂੰ ਬਣਾਉਣ ਵਾਲੀ ਪਾਰਟੀ ਭਾਜਪਾ ਦੀ ਗੋਦੀ ਜਾ ਬੈਠੇ ਹੈ ਔਰ ਪੰਜਾਬ ਨੂੰ ਮੁਕੰਮਲ ਵਿਦਾਵਾ ਲੈ ਕੇ ਬੈਠੇ ਸੀ ਔਰ ਪੰਜਾਬ ਨੂੰ ਮਤਲਬ ਇੱਕ ਕਿਸਮ ਦੀ ਤਿਲਾਂਜਲੀ ਦੇ ਦਿੱਤੀ ਸੀ। ਹੁਣ ਕਿਸਾਨੀ ਦੀ ਪਾਰਟੀ ਨਹੀਂ ਸੀ ਰਹਿ ਗਈ। ਇਹ ਗੱਲ ਠੀਕ ਹੈ ਕਿ ਹੁਣ ਹਰਸਿਮਰਤ ਕੌਰ ਹੋਰਾਂ ਦੇ ਅਸਤੀਫੇ ਨੇ ਤੇ ਜਿਹੜਾ ਅਕਾਲੀ ਭਾਜਪਾ ਦਾ 9 ਮਾਸ ਦਾ ਰਿਸ਼ਤਾ ਉਹ ਆਰਜੀ ਤੌਰ ਤੇ ਤੋੜ ਕੇ ਅੱਜ ਉਹ ਇਹ ਗੱਲ ਜ਼ਰੂਰ ਕਰ ਰਹੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹਾਂ, ਪਰ ਅਸਲ 'ਚ ਭਾਰਤੀ ਕਾਰਪੋਰੇਟ ਸੈਕਟਰ ਦਾ ਹਿੱਸਾ ਬਣ ਚੁੱਕੇ ਹੈ। ਸਿਆਸੀ ਤੌਰ ਤੇ ਉਹ ਹਿੰਦੂਤਵ ਦੀ ਪਾਰਟੀ ਦਾ ਹਿੱਸਾ ਬਣੇ ਹੋਏ ਹੈ ਔਰ ਆਰਥਿਕ ਤੌਰ ਤੇ ਉਹ ਭਾਰਤੀ ਕਾਰਪੋਰੇਟ ਸੈਕਟਰ ਦਾ ਹਿੱਸਾ ਹੈ। ਅੱਜ ਜਿਹੜੇ ਵੱਡੇ ਵੱਡੇ ਅਕਾਲੀ ਟੱਬਰ ਹੈਗੇ ਆ ਉਹ ਇਕੱਲੇ ਬੱਸਾਂ ਵਿੱਚ ਨਹੀਂ ਹੈਗੇ ਆ, ਉਹ ਰੀਅਲ ਸਟੇਟ 'ਚ ਹੈ, ਉਹ ਹੋਟਲੀਅਰਿੰਗ ਵਿੱਚ ਹੈ, ਉਹ ਸ਼ਿਪਿੰਗ ਵਿੱਚ ਹੈਗੇ ਆ, ਉਹ ਬਹੁਤ ਸਾਰੇ ਕਾਰਪੋਰੇਟ ਸੈਕਟਰ ਨਾਲ ਜੁੜੇ ਅਦਾਰਿਆਂ 'ਚ ਹੈਗੇ ਆ, ਉਹਨਾਂ ਦੀ ਹਿੱਸੇਦਾਰੀ ਹੈ ਉੱਥੇ। ਸੋ ਅੱਜ ਇਹ ਕਹਿਣਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਬਿਲਕੁਲ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ। ਉਹ ਅਸਲ 'ਚ ਕਾਰਪੋਰੇਟ ਦੀ ਪਾਰਟੀ ਹੈ ਇਸ ਵੇਲੇ ਹੈਗੀ। ਔਰ ਜਿੱਥੇ ਤੱਕ ਕਾਂਗਰਸ ਦਾ ਤਲਕ ਹੈਗਾ, ਕਾਂਗਰਸ ਦੀ ਪੰਜਾਬ ਨਾਲ ਬੇਵਫਾਈ ਦਾ ਬਹੁਤ ਲੰਮਾ ਚੌੜਾ ਇਤਿਹਾਸ ਹੈਗਾ। ਚਾਹੇ ਉਹ ਪੰਜਾਬ ਦੇ ਪਾਣੀ ਲੁਟਵਾਏ ਹੁਣ 55 'ਚ, ਰਾਜਸਥਾਨ ਨੂੰ ਸਿੱਧਾ 80 ਲੱਖ ਏਕੜ ਫੁੱਟ ਪਾਣੀ ਦੇ ਕੇ, ਜਿਹੜਾ ਕਿ ਗੈਰ ਪੀਰੀਅਨ ਰਾਜ ਹੈ, ਚਾਹੇ ਪੰਜਾਬ 'ਚ ਖਾੜਕੂਵਾਦ ਦਾ ਦੌਰ ਹੈ, ਉਹਦੇ ਵਾਸਤੇ ਮੈਂ ਕਾਂਗਰਸ ਨੂੰ ਜ਼ਿੰਮੇਵਾਰ ਸਮਝਦਾ ਹੈਗਾ ਹੈ, ਜਿਹੜਾ ਦਿੱਲੀੋਂ ਇੰਪੋਰਟ ਕੀਤਾ ਗਿਆ। ਪੰਜਾਬੀ ਤਾਂ ਆਪਸ ਵਿੱਚ ਕਦੀ ਲੜੇ ਨਹੀਂ ਸੀਗੇ, ਕਦੀ ਸੁਣੇ ਸੀ ਪੰਜਾਬੀ ਹਿੰਦੂ ਸਿੱਖ ਲੜੇ ਹੈ? ਪੰਜਾਬੀ ਤਾਂ ਉਦੋਂ ਨਹੀਂ ਲੜੇ ਜਦੋਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਨੇ, ਉਦੋਂ ਲੜੇ ਜਦੋਂ ਦਿੱਲੀ 'ਚ ਸਿੱਖ ਭਰਾਵਾਂ ਦਾ ਕਤਲੇਆਮ ਹੋਇਆ, ਉਦੋਂ ਨਹੀਂ ਪੰਜਾਬ 'ਚ ਇੱਕ ਵੀ ਹਿੰਦੂ ਮਾਰਿਆ। ਜਾਂ ਉਸ ਤੋਂ ਪਹਿਲਾਂ ਹਿੰਦੂਆਂ ਨੇ ਕਦੀ ਸਿੱਖ ਮਾਰੇ ਹੁਣ ਪਿੰਡਾਂ 'ਚ ਜਾਂ ਸ਼ਹਿਰਾਂ ਵਿੱਚ ਕਿਤੇ ਨਹੀਂ ਹੋਇਆ ਕੁਝ ਵੀ। ਪੰਜਾਬ ਬੜੀ ਸਹਿਨਸ਼ੀਲ ਕੌਮ ਹੈ, ਭਰਾਵਾਂ ਦੀ ਤਰ੍ਹਾਂ ਰਹਿੰਦੀ ਸੀਗੀ। ਇਸ ਵਿੱਚ ਧਰਮ ਕਦੀ ਭਾਸ਼ਾ ਦੇ ਨਾਂ 'ਤੇ, ਕਦੀ ਧਰਮ ਦੇ ਨਾਂ 'ਤੇ, ਕਦੀ ਖਾੜਕੂਵਾਦ ਦੇ ਨਾਂ 'ਤੇ ਵੰਡੀਆਂ ਪਾ ਕੇ ਸਾਨੂੰ ਲੁੱਟਿਆ ਵੀ, ਸਾਨੂੰ ਕੁੱਟਿਆ ਵੀ। ਅਸੀਂ ਲੁੱਟੇ ਵੀ ਗਏ, ਅਸੀਂ ਕੁੱਟੇ ਵੀ ਗਏ। ਸੋ ਇਹ ਜਿਹੜਾ ਇਹ ਬਿਰਤਾਂਤ ਹੈ, ਇਹ ਨਰੇਟਿਵ ਹੈਗਾ, ਪੰਜਾਬ ਨੇ ਇਹ ਨਰੇਟਿਵ ਬਦਲਣਾ ਹੈਗਾ। ਕਿਸਾਨੀ ਸੰਘਰਸ਼ ਦੀ ਮਦਦ ਕਰਨੀ ਹੈ, ਕਿਸਾਨਾਂ ਦੀ ਮਦਦ ਕਰਨੀ ਹੈ, ਨਾਲ ਪੰਜਾਬ ਦਾ ਆਪਣਾ ਨਰੇਟਿਵ ਬਿਲਡ ਕਰਨਾ, ਜਿਹੜਾ ਪੰਜਾਬ ਨੂੰ ਭਾਰਤ ਤੋਂ ਮੁਕਤੀ ਨਹੀਂ, ਭਾਰਤੀ ਜਿਹੜੇ ਸੰਘ ਦੀਆਂ ਨੀਤੀਆਂ ਹੈਗੀਆਂ ਉਹ ਤੋਂ ਮੁਕਤੀ ਦਿਵਾਊਗਾ ਔਰ ਭਾਰਤੀ ਸੰਘ ਦੇ ਅੰਦਰ ਖੁਦ ਮੁਖਤਿਆਰ ਰਾਜ ਦਾ ਦਰਜਾ ਮਿਲੂਗਾ, ਸਵੈ ਮਾਣ ਨਾਲ ਜੀਣ ਦਾ ਹੱਕ ਮਿਲੂਗਾ। ਡਾਕਟਰ ਸਾਹਿਬ, ਸਾਡਾ ਆਖਰੀ ਸਵਾਲ ਤਾਂ ਖੈਰ ਇਹ ਸਮੇਂ ਤੋਂ ਪਹਿਲਾਂ ਕਿ ਪੰਜਾਬ ਦੇ ਲੋਕ ਤੀਜੇ ਬਦਲ ਵੱਲ ਦੇਖਦੇ ਨੇ, ਤੀਜੇ ਫਰੰਟ ਵੱਲ ਦੇਖਦੇ ਨੇ, ਕੋਈ ਇਹੋ ਜਿਹਾ ਤੀਜੇ ਧੜੇ ਦੇ ਉਹ ਲੀਡਰਾਂ ਨੂੰ ਨਾਲ ਲੈ ਕੇ ਕੋਈ ਬਣਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ? ਬਿਲਕੁਲ ਹੋ ਰਹੀਆਂ ਜੀ। ਅਸੀਂ ਬਹੁਤ ਜਲਦੀ ਤੁਹਾਡੇ ਸਾਹਮਣੇ ਇੱਕ
ਤੀਜਾ ਫਰੰਟ ਤਾਂ ਨਹੀਂ ਮੈਂ ਕਹਿੰਦਾ, ਪਰ ਪੰਜਾਬ ਪੱਖੀ ਨਵੀਂ ਖੇਤਰੀ ਪਾਰਟੀ ਜੀ। ਜਿਹੜੀ ਅੱਜ ਦੇ ਸਮੇਂ ਦੇ ਪੰਜਾਬ ਦੀਆਂ ਲੋੜਾਂ ਦੀਆਂ, ਲੋਕਾਂ ਦੀਆਂ ਆਕਾਂਖਸ਼ਾਵਾਂ ਹੈਗੀਆਂ, ਕਿਸਾਨੀ ਦੀਆਂ, ਵਿਦਿਆਰਥੀਆਂ ਦੀਆਂ, ਨੌਜਵਾਨਾਂ ਦੀਆਂ, ਔਰਤਾਂ ਦੀਆਂ, ਦਲਿਤਾਂ ਦੀਆਂ, ਉਹਨਾਂ ਦੇ ਪੂਰੀ ਉਤਰਦੀ ਹੋਵੇ। ਜੋ ਪੰਜਾਬ ਦੀਆਂ ਮੰਗਾਂ ਹੈਗੀਆਂ ਉਹਨਾਂ ਦੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰੇ। ਕੇਂਦਰ ਦੁਆਰਾ ਸੰਚਾਲਿਤ ਨਾ ਹੋਵੇ, ਉਹ ਕੇਂਦਰੀਵਾਦੀ ਸਿਆਸਤ ਦਾ ਹਿੱਸਾ ਨਾ ਹੋਵੇ। ਉਹਨੂੰ ਉਹ ਤੋਂ ਅਲੱਗਾ ਇੱਕ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਜਿਹਦੀ ਬਹੁਤ ਲੋੜ ਹੈ, ਜਿਹੜੀ ਪਾਰਦਰਸ਼ੀ ਹੋਵੇ, ਲੋਕਾਂ ਨੂੰ ਪ੍ਰਣਾਈ ਹੋਵੇ, ਪੰਜਾਬ ਨੂੰ ਪ੍ਰਣਾਈ ਹੋਵੇ, ਔਰ ਇੱਕ ਲੋਕਾਂ ਨੂੰ ਜਵਾਬਦੇਹ ਹੋਵੇ। ਅਕਾਲੀਆਂ ਕਾਂਗਰਸੀਆਂ ਵਾਂਗੂ ਨਹੀਂ ਕਿ ਆਪਣੇ ਜਿਹੜੀਆਂ ਜਿੰਨੇ ਸਾਧਨਾ ਸਰੋਤ ਹੈਗੇ ਆ, ਪੰਜਾਬ ਦੇ ਸਾਂਝੇ ਸਰੋਤ ਹੈ, ਉਹ ਆਪਣੇ ਘਰਾਂ ਵੱਲ ਨੂੰ ਉਹਨਾਂ ਦੇ ਦਰਵਾਜ਼ੇ ਉਹਨਾਂ ਰਸਤੇ ਮੋੜ ਕੇ ਆਪਣੇ ਘਰ ਭਰੇ ਹੋਣ। ਇਹ ਤੋਂ ਉੱਪਰ ਉੱਠ ਕੇ ਇੱਕ ਪਾਰਟੀ ਜਿਹੜੀ ਚਾਹੇ ਉਹਦੀ ਲੋੜ ਹੈਗੀ ਹੈ। ਔਰ ਮੈਂ ਖਹਿਰਾ ਸਾਹਿਬ, ਬੈਂਸ ਸਾਹਿਬ ਤੇ ਛੋਟੇਪੁਰ ਸਾਹਿਬ ਅਸੀਂ ਬੜਾ ਇੱਕ ਵਾਰਤਾਲਾਪ 'ਚ ਪਏ ਹੋਏ ਹੈਗੇ ਆ। ਖਹਿਰਾ ਬੈਂਸ ਸਾਹਿਬ ਨਾਲ ਜਲਦੀ ਵਾਰਤਾਲਾਪ ਹੋਊਗਾ ਤੇ ਅਸੀਂ 3-4 ਮੀਟਿੰਗਾਂ ਕਰ ਚੁੱਕੇ ਹਾਂ। ਬਹੁਤ ਜਲਦੀ ਆਪਣੇ ਤਰੀਕੇ ਨਾਲ ਅਸੀਂ ਆਪਣੇ ਏਜੰਡੇ ਰੱਖ ਦਿੱਤੇ ਹੈਗੇ ਆ। ਔਰ ਕਿਸੇ ਨੂੰ ਕੋਈ ਲਾਲਸਾ ਨਹੀਂ, ਕੋਈ ਨਾ ਕੋਈ CM ਦੀ ਲਾਲਸਾ, ਨਾ ਖਹਿਰਾ ਸਾਹਿਬ ਨੂੰ, ਨਾ ਮੈਨੂੰ, ਨਾ ਛੋਟੇਪੁਰ ਸਾਹਿਬ ਨੂੰ। ਸਾਨੂੰ ਪੰਜਾਬ ਨੂੰ ਬਚਾਉਣ ਦੀ ਇੱਕ ਸਾਡੀ ਲਲਕ ਹੈਗੀ ਹੈ, ਇੱਕ ਤਲਬ ਹੈਗੀ ਹੈ ਕਿ ਸਾਡਾ ਪੰਜਾਬ ਜਿਹੜਾ ਤਬਾਹੀ ਦੇ ਕੰਢੇ ਪਹੁੰਚ ਚੁੱਕਿਆ, ਜਿਹਦਾ ਪਾਣੀ ਮੁੱਕਣ ਲੱਗਿਆ, ਜਿਹੜਾ ਰੇਗਿਸਤਾਨ ਬਣਨ ਨੂੰ ਫਿਰਦਾ ਹੈਗਾ, ਜਿਹਦੀ ਨੌਜਵਾਨ ਬਾਹਰ ਭੱਜੇ ਜਾ ਰਹੇ ਆ, ਜਿਹੜਾ ਪੰਜਾਬ ਨਸ਼ਿਆਂ 'ਚ ਡੁੱਬਿਆ ਪਿਆ, ਜਿਹੜਾ ਪੰਜਾਬ ਕਰਜ਼ੇ ਡੁੱਬੇ ਪਿਆ, ਜਿਹੜਾ ਪੰਜਾਬ ਖੁਦਕਸ਼ੀਆਂ ਕਰਦਾ ਹੈਗਾ, ਉਸ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ, ਉਹਦੇ ਵਾਸਤੇ ਅਸੀਂ ਬਿਲਕੁਲ ਨਿਰਛਲ ਹੋ ਕੇ ਬਿਨਾਂ ਕਿਸੇ ਮਤਲਬ ਹਉਮੈ ਤੋਂ ਅਸੀਂ ਸਾਰੀ ਇੱਕ ਆਪਣੇ ਝੰਡੇ ਡਾਊਨ ਕਰਕੇ, ਆਪਣੇ ਪਾਰਟੀਆਂ ਭੰਗ ਕਰਕੇ, ਇੱਕ ਪੰਜਾਬ, ਇੱਕ ਝੰਡਾ, ਇੱਕ ਡੰਡਾ, ਇੱਕ ਵਿਧਾਨ, ਇੱਕ ਨਿਸ਼ਾਨ ਦੇ ਥੱਲੇ 1922 ਦੀ ਚੋਣਾਂ ਸਾਡਾ ਆਉਣ ਦਾ ਵਿਚਾਰ ਹੈਗਾ ਜੀ। ਡਾਕਟਰ ਸਾਹਿਬ, ਇੱਕ ਹੋਰ ਸਵਾਲ ਕਿ ਤੁਸੀਂ ਬੜੇ ਤਜਰਬੇਕਾਰ ਹੋ, 5 ਸਾਲ ਤੁਸੀਂ ਪਾਰਲੀਮੈਂਟ ਦੇ ਵਿੱਚ ਰਹੇ ਹੋ। ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸੀਆਂ ਨਾਲ ਵੀ ਉਹਨਾਂ ਦੇ ਮਤਭੇਦ ਕਾਫੀ ਵੱਧ ਗਏ ਨੇ, ਹਾਂਜੀ, ਤੇ BJP ਨਾਲ ਤਾਂ ਚਲੋ ਉਹਨਾਂ ਦਾ ਹੈਗਾ ਹੀ ਹੈ ਜੋ ਸਿਸਟਮ ਚੱਲਦਾ, ਤੇ ਤੁਸੀਂ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ? ਨਵਜੋਤ ਸਿੰਘ ਸਿੱਧੂ ਹੋਰਾਂ 'ਚ ਬਹੁਤ ਗੁਣ ਨੇ। ਖਾਸ ਤੌਰ 'ਤੇ ਮੈਂ ਉਹਨਾਂ ਦੀ ਦੋ ਗੱਲਾਂ ਦੀ ਬਹੁਤ ਕਦਰ ਕਰਦਾ। ਇੱਕ ਇਮਾਨਦਾਰੀ ਦੀ, ਜਿਹੜੀ ਕਿ ਬਿਲਕੁਲ ਜੀ ਤੇ ਕੋਈ ਸ਼ੰਕਾ ਨਹੀਂ, ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ। ਦੂਜਾ ਉਹਨਾਂ ਦੀ ਬੇਵਾਕੀ ਦੀ, ਤੇ ਕਰਤਾਰਪੁਰ ਕੋਰੀਡੋਰ 'ਚ ਜੋ ਉਹਨਾਂ ਨੇ ਭੂਮਿਕਾ ਅਦਾ ਕੀਤੀ ਹੈਗੀ ਹੈ, ਜਿਹੜੀ ਭਾਰਤੀ ਸਰਕਾਰ ਹੈ, ਜਿਹੜੀ ਪੰਜਾਬ ਸਰਕਾਰ ਹੈ, ਜਾਂ ਜਿਹੜੀ ਹਿੰਦੂਤਵ ਤਾਕਤਾਂ ਦੇ ਇੰਨੇ ਵਿਰੋਧ ਤੋਂ ਬਾਵਜੂਦ, ਔਰ ਖਾਸ ਤੌਰ 'ਤੇ ਉਹਨੇ ਹਿੰਦ ਪਾਕ ਦੋਸਤੀ ਦੀ ਗੱਲ ਕੀਤੀ ਹੈ, ਵਪਾਰ ਦੀ ਗੱਲ ਕੀਤੀ ਹੈਗੀ ਹੈ, ਉਹ ਪੰਜਾਬ ਵਾਸਤੇ ਬਹੁਤ ਇੱਕ ਸੈੱਟ ਹੈਗਾ ਹੈ। ਉਹ ਗੱਲ ਇੱਕ ਸੈੱਟ ਹੈ। ਸੋ ਸਿੱਧੂ ਸਾਹਿਬ ਨੂੰ ਮੈਨੂੰ ਚਾਹੀਦਾ ਕਿ ਫੌਰੀ ਤੌਰ 'ਤੇ ਆਪਾਂ ਨੂੰ ਇਕੱਠੇ ਹੋ ਕੇ ਸਿੱਧੂ ਸਾਹਿਬ ਨੂੰ ਨਾਲ ਲੈ ਕੇ ਆਪਾਂ ਪੰਜਾਬ ਦਾ ਜਿਹੜਾ ਫਰੰਟ ਲਾਈਨ ਹੋਰ ਬਲ ਬਖਸ਼ੀਏ। ਔਰ ਮੈਨੂੰ ਪਤਾ ਕਿ ਸਿੱਧੂ ਸਾਹਿਬ ਸਾਰੇ ਪੰਜਾਬ ਵਾਸਤੇ ਇੱਦਾਂ ਗੱਲ ਨਵਜੋਤ ਸਿੰਘ ਸਿੱਧੂ ਨਾਲ ਕੋਈ ਇੱਦਾਂ ਤੋਰੀ ਹੋਈ ਗੱਲ ਚੱਲੀ ਹੋਈ ਹੈ? ਦੇਖੋ, ਬੜੀ ਭਰੂਣ ਰੂਪ 'ਚ ਗੱਲਬਾਤ ਚੱਲੀ ਹੈਗੀ ਹੈ। ਅਜੇ ਕੋਈ ਗੰਭੀਰ ਜਿਹੜੀ ਗੰਭੀਰ ਵਾਰਤਾਲਾਪ ਹੈਗਾ ਉਹ ਅਜੇ ਤੱਕ ਨਹੀਂ ਹੋਇਆ ਹੈਗਾ। ਸੰਕੇਤਕ ਗੱਲਬਾਤ ਹੈ, ਸੰਕੇਤਕ ਗੱਲਬਾਤ ਹੈ। ਕੁਝ ਐਡਵਾਂਸਡ ਗੱਲਬਾਤ ਆਪਣਾ ਉਹਨਾਂ ਨਾਲ ਜਿਹੜੇ ਹਾਕੀ ਪਲੇਅਰ ਪ੍ਰਗਟ ਸਿੰਘ ਜੀ ਹੈਗੇ, ਉਹਨਾਂ ਨਾਲ ਹੋਈ ਹੈ। ਉਹਨਾਂ ਨੇ ਕਾਫੀ ਸੰਜੀਦਗੀ ਦਿਖਾਈ ਹੈ, ਕਾਫੀ ਮਤਲਬ ਇਸ ਗੱਲ 'ਚ ਨਹੀਂ, ਕਾਫੀ ਹੰਗਾਰਾ ਭਰਿਆ ਇੱਕ ਹੱਦ ਤੱਕ ਜੀ। ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਣੇ ਹੋਏ ਸਾਡੇ ਨਾਲ ਗਲੋਬਲ ਪੰਜਾਬ ਚੈਨਲ ਪੰਜਾਬੀ ਤੇ। ਥੈਂਕ ਯੂ ਜੀ। ਦੋਸਤੋ, ਇਹ ਸਨ ਸਾਡੇ ਨਾਲ ਪਟਿਆਲਾ ਤੋਂ ਸਾਬਕਾ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ। ਡਾਕਟਰ ਧਰਮਵੀਰ ਗਾਂਧੀ ਨੇ ਬੜਾ ਤੁਹਾਨੂੰ ਬੇਬਾਕ ਤਰੀਕੇ ਨਾਲ ਦੱਸਿਆ ਕਿ ਜੋ ਇਹ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਕੀਤੇ ਨੇ, ਦਰਅਸਲ ਇਹ ਕਾਨੂੰਨ ਨਹੀਂ, ਇਹ ਪੰਜਾਬ ਦੀ ਖੁਦਮੁਖਤਿਆਰੀ ਪੰਜਾਬ ਗੱਲ ਕਰਦਾ ਆ ਰਿਹਾ, ਉਹ 'ਤੇ ਵੀ ਸੱਟ ਹੈ। ਪੰਜਾਬ ਨੂੰ ਹੁਣ ਤਕੜੇ ਹੋ ਕੇ ਲੜਾਈ ਲੜਨੀ ਪੈਣੀ ਹੈ, ਕਿਉਂਕਿ ਇਹ ਕੋਈ ਸੰਕਟ ਖੇਤੀ ਦਾ ਸੰਕਟ ਨਹੀਂ ਹੈ, ਇਹ ਪੰਜਾਬ ਦੀ ਹੋਂਦ ਤੇ ਪੰਜਾਬ ਦੀ ਹੋਣੀ 'ਤੇ ਸੰਕਟ ਹੈ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ। ਸ਼ੁਕਰੀਆ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।